हाँ जी स्टूडेंट्स BSc 1 नॉन मैडिकल ਅਤੇ BA1 मैथमैटिक्स ਦੇ स्टूडेंट्स ਵੈਲਕਮ ਹੈ ਤੁਹਾਡਾ ਮੈਥਮੈਟਿਕਸ ਦੀ ਕਲਾਸ ਦੇ ਵਿੱਚ। ਆਪਾਂ ਨੇ ਅਲਜਬਰਾ ਐਂਡ ਟ੍ਰਿਗਨੋਮੈਟਰੀ ਦੀ ਬੁੱਕ ਸਟਾਰਟ ਕੀਤੀ ਹੋਈ ਹੈ ਜਿਹਦਾ ਲਾਸਟ ਚੈਪਟਰ ਚੱਲ ਰਿਹਾ ਸੀਗਾ ਕੈਲੇ-ਹੈਮਿਲਟਨ ਥਿਊਰਮ, ਆਈਗਨ ਵੈਲਿਊਜ਼, ਆਈਗਨ ਵੈਕਟਰਸ। ਕੱਲ ਆਪਾਂ ਇਹਦੀਆਂ ਥਿਊਰਮਸ ਦੇ ਉੱਪਰ ਇੱਕ ਲੈਕਚਰ ਲਗਾਇਆ ਸੀ। ਅੱਜ ਆਪਾਂ ਥਿਊਰਮਸ ਦੇ ਉੱਪਰ ਹੀ ਜਿਹੜੇ ਥਿਊਰਮ ਬੇਸਡ ਕੁਐਸਚਨਸ ਨੇ ਉਹਨਾਂ ਦੇ ਉੱਪਰ ਸੈਕੰਡ ਲੈਕਚਰ ਲਗਾਉਣ ਜਾ ਰਹੇ ਹਾਂ, ਜਿਹਦੇ ਵਿੱਚੋਂ ਫਸਟ ਡੈਫੀਨੇਸ਼ਨ ਆ ਕਰੈਕਟਰਿਸਟਿਕ ਇਕੁਏਸ਼ਨ ਦੀ। ਵੈਸੇ ਆਪਾਂ ਆਈਗਨ ਵੈਲਿਊ, ਆਈਗਨ ਵੈਕਟਰ ਵੇਲੇ ਪਤਾ ਕਰਨ ਵੇਲੇ ਇਹਨੂੰ ਚੰਗੀ ਤਰੀਕੇ ਨਾਲ ਜਾਣਦੇ ਆ ਕਿ ਕਰੈਕਟਰਿਸਟਿਕ ਇਕੁਏਸ਼ਨ ਕੀ ਹੁੰਦੀ ਆ, ਕਿੱਦਾਂ ਪਤਾ ਕਰਦੇ ਆ। ਸੋ ਇਹਦੀ ਡੈਫੀਨੇਸ਼ਨ ਦੇ ਵਿੱਚ ਆ, ਇਫ A be a square matrix of order n, lambda is eigen value of matrix A, then determinant of matrix A minus lambda I is called characteristic equation। ਜਦੋਂ lambda A minus lambda I ਦਾ ਡਿਟਰਮੀਨੈਂਟ ਕਰਦੇ ਆ, ਉਹਨੂੰ 0 ਦੇ ਇਕੁਅਲ ਟੇਕ ਕਰਦੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਅਲਜਬਰਾਇਕ ਇਕੁਏਸ਼ਨ ਆ ਜਾਂਦੀ ਆ, ਅਲਜਬਰਾਇਕ ਪੋਲੀਨੋਮੀਅਲ ਆ ਜਾਂਦੀ ਹੈ ਇਨ ਲੈਮਡਾ ਦੇ ਵਿੱਚ। ਇਹਦਾ ਡਿਗਰੀ ਜਾਂ ਆਰਡਰ ਕਿੰਨਾ ਹੋਊਗਾ? n, ਸੇਮ ਐਜ਼ ਆਰਡਰ ਆਫ A ਮੈਟ੍ਰਿਕਸ ਦਾ ਜਿੰਨਾ ਆਰਡਰ ਹੈ ਉਨਾ ਹੀ ਆਰਡਰ ਕਰੈਕਟਰਿਸਟਿਕ ਇਕੁਏਸ਼ਨ ਦਾ ਹੋਏਗਾ। ਕਰੈਕਟਰਿਸਟਿਕ ਇਕੁਏਸ਼ਨ ਹੁੰਦੀ ਆ A ਮਾਈਨਸ ਲੈਮਡਾ I ਦਾ ਡਿਟਰਮੀਨੈਂਟ ਟੇਕਨ ਟੂ ਇਕੁਅਲ ਟੂ 0। ਉਸ ਤੋਂ ਬਾਅਦ ਆਈਗਨ ਵੈਲਿਊਜ਼ ਆਫ ਮੈਟ੍ਰਿਕਸ A ਆਰ obtained from its characteristic equation। ਜਿਹੜੀਆਂ ਆਈਗਨ ਵੈਲਿਊਜ਼ ਹੁੰਦੀਆਂ ਨੇ ਇਸ ਕਰੈਕਟਰਿਸਟਿਕ ਇਕੁਏਸ਼ਨ ਨੂੰ ਸੋਲਵ ਕਰਨ ਤੋਂ ਬਾਅਦ ਹੀ ਮਿਲਦੀਆਂ ਨੇ। ਦੋ ਮੈਥਡ ਸੀਗੇ, ਫੈਕਟਰਾਈਜੇਸ਼ਨ ਜਾਂ ਸਿੰਥੈਟਿਕ ਡਿਵੀਜ਼ਨ ਮੈਥਡ। ਇਹਦੇ ਬਾਰੇ ਕੁਝ ਕੁ ਰਿਮਾਰਕ ਨੋਟਸ ਡਿਸਕਸ ਕੀਤੇ ਹੋਏ ਨੇ। ਨੋਟ ਨੰਬਰ 1 ਦੇ ਵਿੱਚ ਕੀ ਆ ਕਿ ਐਵਰੀ ਆਈਗਨ ਵੈਲਿਊ ਆਫ ਮੈਟ੍ਰਿਕਸ A ਇਜ਼ ਆਲਵੇਜ਼ ਰੂਟ ਆਫ ਇਟਸ ਕਰੈਕਟਰਿਸਟਿਕ ਇਕੁਏਸ਼ਨ। ਓਬਵੀਅਸਲੀ ਕਰੈਕਟਰਿਸਟਿਕ ਇਕੁਏਸ਼ਨ ਤੋਂ ਜਿਹੜੀਆਂ ਵੈਲਿਊਜ਼ ਮਿਲਦੀਆਂ ਨੇ ਲੈਮਡਾ ਦੀਆਂ, ਉਹਨਾਂ ਨੂੰ ਆਪਾਂ ਕਰੈਕਟਰਿਸਟਿਕ ਇਕੁਏਸ਼ਨ ਦਾ ਰੂਟ, ਸੋਲਿਊਸ਼ਨ ਜਾਂ ਜ਼ੀਰੋ ਕਹਿੰਦੇ ਆ। ਜ਼ੀਰੋ ਦਾ ਮਤਲਬ ਉਹ ਵਾਲੀ ਜ਼ੀਰੋ ਨਹੀਂ ਹੈਗਾ, ਜ਼ੀਰੋ ਦਾ ਮਤਲਬ ਸੋਲਿਊਸ਼ਨ ਹੈ, ਰੂਟ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਇਫ 2A and B matrices have same eigen values then their characteristic equation must be equal। ਇਹ ਵੀ ਆਪਾਂ ਕਾਫੀ ਵਾਰੀ ਐਗਜ਼ਾਮਪਲਸ ਦੇ ਵਿੱਚ ਕੀਤਾ ਆ ਕਿ ਜੇ ਦੋ ਮੈਟ੍ਰਿਸਿਸ ਦੀਆਂ ਆਈਗਨ ਵੈਲਿਊਜ਼ ਬਰਾਬਰ ਆਉਂਦੀਆਂ ਨੇ ਤਾਂ ਸ਼ਰਤ ਕੀ ਹੈ, ਉਹਨਾਂ ਦੋਨਾਂ ਦੀ ਕਰੈਕਟਰਿਸਟਿਕ ਇਕੁਏਸ਼ਨ ਸੇਮ ਹੋਏਗੀ। BSc 1 ਦੀ ਬਸ 15-20 ਮਿੰਟ ਲਾਵਾਂਗੇ। ਖਿੱਚ ਲਓ ਆ ਜਾਓ। ਹਾਂ ਆ ਜਾਓ ਰਾਜੇ, ਸਵਾਨ ਖੜਾ ਹੋ, ਫੜ ਮਾਰ ਕਰ। ਬਸ ਉਧਰ ਦੇ ਨਿਗਾਹ ਇੱਧਰ ਰੱਖ, ਹੱਥ ਬੋਰਡ ਤੇ ਰੱਖ ਲੈ, ਪਰਲੇ ਸਾਈਡ ਤੇ ਹੋ ਜਾ ਚਾਹੇ। ਨਾ ਮੈਂ ਹੀ ਇੱਧਰ ਆ ਜਾਣਾ। ਇੱਕ ਲੜਕੀਆਂ ਚ ਹੋ ਜਾਓ ਵੀ ਖੜੇ ਕੋਈ ਨਾ ਕੋਈ। ਪਰਨੀਤ ਕੌਰ ਆ ਤੁਹਾਡਾ ਨਾਮ ਕੀ ਹੈ? ਨਵਪ੍ਰੀਤ ਜਾਓ, ਮਾਰਕਰ ਉਹਨੂੰ ਪੜਾ ਦਿਓ। ਤੁਸੀਂ ਬੋਰਡ ਦੇ ਦੂਜੇ ਪਾਸੇ ਖੜ ਜਾਓ, ਤੁਸੀਂ ਇੱਧਰਲੀ ਸਾਈਡ ਤੇ ਖੜ ਜਾਓ ਬੋਰਡ ਦੇ। ਹਾਂ ਆ ਪੇਜ ਬਦਲ ਲਓ, ਐਰੋ ਤੋਂ ਹਾਂ ਐਵੇਂ ਕਰ ਲਓ ਚਾਹੇ। ਕੁਛ ਨਹੀਂ ਹੁੰਦਾ, ਚੱਲੀ ਜਾਓ। ਹੋਰ ਪੇਜ ਕਰ ਲਓ ਉੱਪਰ ਡਾਊਨ, ਬਸ ਠੀਕ ਹੈ। ਇੱਥੇ ਕਿਤੇ ਰੱਖ ਲਓ, ਇੱਧਰ ਨੂੰ ਦੇਖ ਲਓ। ਬੱਚਿਆਂ ਦੁਆਰਾ ਵੀ ਅਸੀਂ ਉਹ ਕਰਾਉਂਦੇ ਆ। ਹਾਂ ਲਓ ਜੀ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜੇ ਦੋ ਮੈਟ੍ਰਿਸਿਸ ਦੀਆਂ ਸੇਮ ਆਈਗਨ ਵੈਲਿਊਜ਼ ਨੇ ਤਾਂ ਉਹਨਾਂ ਦੀ ਕਰੈਕਟਰਿਸਟਿਕ ਇਕੁਏਸ਼ਨ ਵੀ ਸੇਮ ਹੋਏਗੀ। ਜਾਂ ਇਹਨੂੰ ਅਨਦਰ ਵੇ ਨਾਲ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਜੇ ਦੋ ਮੈਟ੍ਰਿਸਿਸ ਦੀਆਂ ਕਰੈਕਟਰਿਸਟਿਕ ਇਕੁਏਸ਼ਨਸ ਸੇਮ ਨੇ ਤਾਂ ਉਹਨਾਂ ਦੋਨਾਂ ਦੀਆਂ ਆਈਗਨ ਵੈਲਿਊਜ਼ ਵੀ ਸੇਮ ਹੋਣਗੀਆਂ। ਇਸ ਤਰੀਕੇ ਦੇ ਨਾਲ A ਮਾਈਨਸ ਲੈਮਡਾ I ਦਾ ਡਿਟਰਮੀਨੈਂਟ ਇਹ A ਦੀ ਕਰੈਕਟਰਿਸਟਿਕ ਇਕੁਏਸ਼ਨ ਹੋਗੀ, B ਮਾਈਨਸ ਲੈਮਡਾ I ਦਾ ਡਿਟਰਮੀਨੈਂਟ ਇਹ B ਦੀ ਕਰੈਕਟਰਿਸਟਿਕ ਇਕੁਏਸ਼ਨ ਹੋਗੀ। ਬੋਰਡ ਦਰਵਾਜ਼ਾ ਲਾ ਦੇ ਵੀ। ਉਸ ਤੋਂ ਬਾਅਦ ਆ ਗਿਆ ਸਿਮਿਲਰ ਮੈਟ੍ਰਿਸਿਸ। ਕਾਫੀ ਇੰਪੋਰਟੈਂਟ ਡੈਫੀਨੇਸ਼ਨ ਆ ਇਹ, ਮੈਂ ਤੁਹਾਨੂੰ ਐਗਜ਼ਾਮਪਲ ਕਰਵਾਈ ਵੀ ਹੋਈ ਆ ਬੋਰਡ ਤੇ। ਇੱਥੇ ਦੁਬਾਰਾ ਫੇਰ ਸਮਝ ਲੈਂਦੇ ਆ ਕਿ ਜੇ ਦੋ ਸਿਮਿਲਰ ਮੈਟ੍ਰਿਸਿਸ ਨੇ A ਐਂਡ B, ਦੈਨ ਸਿਮਿਲਰ ਕਿਹਾ ਜਾਊਗਾ ਜੇ ਕੋਈ ਉੱਥੇ P ਇਨਵਰਟੀਬਲ ਮੈਟ੍ਰਿਕਸ ਐਗਜ਼ਿਸਟ ਕਰਦੀ ਆ
AP equals to PB, AP equals to PB, ਇੱਕ ਦੇ P पोस्ट फैक्टर ते आ, एक दे P प्री फैक्टर ते आ। हुण इहदे विचों P नूं आपां अगे लिया के लिख सकते हैं P इनवर्स AP, ये किहदी वैल्यू होगी B दी, या आपां इधरों P नूं बैक ते ले जा सकते हैं, फिर A दी वैल्यू आ जाऊगी P B P इनवर्स। ठीक है, ये सिमिलर मैट्रिसेस नेगियां। उस तो बाद अपने कोले आ थ्योरम है, एक तरह की एग्जांपल है, शो दैट सिमिलर मैट्रिसेस हैव सेम आइगन वैल्यूज। सिमिलर मैट्रिक्स की आइगन वैल्यू सेम नहीं, ਇਹਦਾ मतलब आपने की शो करके दिखाना कि ਜਿਹੜੀਆਂ सिमिलर मैट्रिसेस ने ਉਹਨਾਂ ਦੀਆਂ करैक्टरिस्टिक इक्वेशनस भी सेम ने। ਇਹ एग्जांपल आपने सेम की हुई है पहला, मैं थोड़ी जी रिवाइज करवा देना दोबारा, फिर इंपॉर्टेंट है। पहली गल तो ए और बी जे दो सिमिलर मैट्रिसेस आपने कंसिडर कर लिया अकॉर्डिंग टू स्टेटमेंट, तो ए पी किहदे इक्वल होगा पी बी दे, या पी उधर जाके पोस्ट फैक्टर बन जाऊगा, ए की वैल्यू आ जाऊगी पी बी पी इनवर्स, ਜਾਂ ਆਪਾਂ P ਨੂੰ फ्रंट ਤੇ ਲੈ ਕੇ ਜਾ ਸਕਦੇ ਹਾਂ ਪ੍ਰੀ ਫੈਕਟਰ ਦੇ ਤੌਰ ਤੇ, ਫਿਰ B ਦੀ ਵੈਲਿਊ ਆ ਜਾਊਗੀ P ਇਨਵਰਸ A P। ਇੱਥੇ P ਕੀ ਹੈ, ਇਨਵਰਟੀਬਲ ਮੈਟ੍ਰਿਕਸ ਆ ਜਿਹਦਾ ਇਨਵਰਸ ਐਗਜ਼ਿਸਟ ਕਰਦਾ। Now we have to show that matrices A and B have same eigen values, that means we have to show that A and B have same characteristic equations। सो ਆਪਾਂ ਪਹਿਲੀ ਗੱਲ ਤਾਂ B ਦੀ characteristic equation ਲੈ ਕੇ ਚੱਲਦੇ ਆ, B माइनस लैमडा आई, इत्थे B की वैल्यू भर देने P इनवर्स AP। आ जिहड़ा आइडेंटिटी है इत्थे आपां P इंटू P इनवर्स भी लिख सकते हैं, ਜਾਂ P इनवर्स इंटू P भी लिख सकते हैं, दोनों तरीके नाल कुछ भी आ सकता, पर आपां आ वाली वैल्यू लवांगे P इनवर्स P वाली आइडेंटिटी दी, ताकि दोनों के प्री फैक्टर तो P इनवर्स कॉमन आ जाए, दोनों के पोस्ट फैक्टर तो P कॉमन आ जाए। लो जी, पहला तो आपां P इनवर्स कॉमन लिया, उस तो बाद बैक तो P कॉमन लिया, इत्थों AP दे विचों P कॉमन लवांगे, A बच गया, लैमडा इंटू P दे विचों मैट्रिक्स चों पूरी दी पूरी मैट्रिक्स कॉमन ले ली, तो पिछे लैमडा दे नाल की बच गया आइडेंटिटी। उस तो बाद आपां इत्थे डिटरमिनेंट दे रूल लगावांगे, जे A इंटू B दी प्रोडक्ट दा डिटरमिनेंट होवे तां कल्ले A दा डिटरमिनेंट मल्टीप्लाइड बाय कल्ले B दा डिटरमिनेंट हुंदा, तां इत्थे P इनवर्स दा डिटरमिनेंट आ गया, A माइनस लैमडा I दा डिटरमिनेंट आ गया, P दा डिटरमिनेंट आ गया। हुण जदों आपां किसी मैट्रिक्स दा डिटरमिनेंट करदे आ, वो मैट्रिक्स नहीं रहिंदी, कोई रियल वैल्यू आ जाती है कोई ना कोई। किसी भी मैट्रिक्स का जो डिटरमिनेंट किया जाता, इन्हां कस के जे बैठिया मोबाइल कढ़ दे, किसी भी मैट्रिक्स का जो डिटरमिनेंट किया जाता तो डिटरमिनेंट करन तो बाद एक रियल वैल्यू बचती है। रियल वैल्यू नूं अगे पिछे किते मर्जी लिखा जा सकता, पर मैट्रिक्स नूं नहीं अगे पिछे लिखा जा सकता, क्योंकि मैट्रिक्स कम्यूटेटिव नहीं होंदियां। सो इत्थे आपां की काम करते हैं, A माइनस लैमडा I दे डिटरमिनेंट नूं अगे लै जाने, P इनवर्स के डिटरमिनेंट बैक ते ले आने, क्योंकि डिटरमिनेंट अपने आप दे विच रियल क्वांटिटी है। फिर इन्हां दोनों के डिटरमिनेंट नूं इकट्ठा कर दिंदे आ, जिवें मैं पहला रूल दस्सिया सी कि A का डिटरमिनेंट इंटू B का डिटरमिनेंट होवे, उत्थे कंबाइंड फॉर्म दे विच A B का डिटरमिनेंट लिखिया जा सकता। सो इत्थे P इनवर्स इंटू P का डिटरमिनेंट आ गया, P इनवर्स इंटू P हुंदा आइडेंटिटी दे इक्वल, सो ये आइडेंटिटी बन गया। आइडेंटिटी का डिटरमिनेंट हुंदा 1। एक दिन मैं पहला भी दस्सिया सी, तुहानूं दोबारा फिर दस दिना, भावें कोई अपर ट्रैंगुलर मैट्रिक्स होवे या लोअर ट्रैंगुलर मैट्रिक्स होवे या डायगोनल मैट्रिक्स होवे, इन्हां तिन्नां चों किसी भी तरह की मैट्रिक्स आ, जे उहदा डिटरमिनेंट करना तो सिर्फ उहदियां डायगोनल वैल्यूज की मल्टीप्लाई कर देनी है। आइडेंटिटी मैट्रिक्स का डिटरमिनेंट करना, आइडेंटिटी दी डायगोनल एंट्रीज 1 1 1 ने, उन्हां दी प्रोडक्ट होके 1 ही बच गया। तो लैके चले सी कि B की करैक्टरिस्टिक इक्वेशन आ गई A की करैक्टरिस्टिक इक्वेशन, हैंस या देयरफॉर A एंड B हैव सेम करैक्टरिस्टिक इक्वेशंस हैव सेम आइगन वैल्यूज। ये तुहाडी एग्जांपल है, यही तुहाडी थ्योरम है कि सिमिलर मैट्रिक्स की होंदियां ने, उन्हां दी डेफिनेशन दो, ये भी शो करके दिखाओ कि सिमिलर मैट्रिक्स का डिटरमिनेंट सेम हुंदा। इस तो बाद एक एग्जांपल है, इफ A एंड B are n road square matrices with eigen values lambda 1 and lambda 2 respectively। A दी eigen value lambda 1 है, इसका मतलब AX equal to lambda 1x हो गया। B दी eigen value lambda 2 है, इसका मतलब BX equal to lambda 2x होगा। उस तो बाद then A and B have eigen value lambda 1 ਤੇ lambda 2। जे एक मैट्रिक्स की eigen value lambda 1 है, दूजी मैट्रिक्स की eigen value lambda 2 है, तो दोनों मैट्रिक्स की जो मल्टीप्लाई करांगे AB, ਉਹਦੀ ਆਈਗਨ ਵੈल्यू ਕੀ ਹੋਊਗੀ, ਕੋਰਸਪੋਂਡਿੰਗ ਆਈਗਨ ਵੈल्यूज ਦੀ ਪ੍ਰੋਡਕਟ ਲੈਮਡਾ 1 ਇੰਟੂ ਲੈਮਡਾ 2। ਇਹ ਆਪਾਂ ਨੇ ਚੀਜ਼ ਸ਼ੋ ਕਰਨੀ ਹੈ ਇੱਥੇ। ਸੋ ਪਹਿਲੀ ਗੱਲ ਤਾਂ ਆਪਣੇ ਕੋਲੇ ਕੀ ਹੈ, ਲੈਮਡਾ 1 ਕਿਹਦੀ ਆਈਗਨ ਵੈल्यू ਆ, A ਦੀ, ਤਾਂ AX ਇਕੁਅਲ ਟੂ ਲੈਮਡਾ 1x ਹੋ ਗਿਆ, ਇਹ ਪਹਿਲੀ ਇਕੁਏਸ਼ਨ ਹੈ। B ਦੀ ਆਈਗਨ ਵੈल्यू ਲੈਮਡਾ 2 ਆ, ਤਾਂ BX ਇਕੁਅਲ ਟੂ ਲੈਮਡਾ 2x ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ AB ਇੰਟੂ X ਦੀ, ਕਿਉਂਕਿ ਮੈਂ ਕੀ ਪ੍ਰੂਵ ਕਰਨਾ ਇੱਥੇ, ਮੈਂ ਪ੍ਰੂਵ ਕਰਨਾ ਕਿ ਲੈਮਡਾ 1 ਇੰਟੂ ਲੈਮਡਾ 2 ਇਜ਼
ਆਈਗਨ ਵੈਲਿਊ ਆਫ ए बी, ये चीज शो करनी है। देयरफॉर टू प्रूव करना पऊगा आपां नूं की शो करके दिखाउणा कि ए बी इंटू एक्स किहदे बराबर आ, लैमडा 1 इंटू लैमडा 2 एक्स। आ चीज चाहिए मैनू, फिर अपने आप ही क्लीयर हो जाएगा कि लैमडा 1 लैमडा 2 किहदी आइगन वैल्यू आ, ए बी दी। ये चीज आपां ने प्रूव करनी है, माइंड च रख के चलो, फिर तुहाडा काम आसान होऊगा। सो हुण आपां इहदी लैफ्ट हैंड साइड पिक कर ली ए बी इंटू एक्स दी। मैट्रिक्स एसोसीएटिव ला नूं फॉलो करदियां हुंदियां ने, भावें पहली अते दूजी मैट्रिक्स की मल्टीप्लाई पहला कर लो, बाद च तीजे नाल मल्टीप्लाई कर लो, या पहला सैकंड अते थर्ड की मल्टीप्लाई कर लो, ए पहली नाल बाद च मल्टीप्लाई कर लो, दोनों रिजल्ट सेम आउणगे। सो आपां एसोसीएटिव ला लगाया। हुण बी एक्स की जगह ते की आ गया अपने कोले, लैमडा 2x 2 नंबर इक्वेशन तो। हुण इत्थे लैमडा 2 तुहाडा स्केलर है, इहनूं भावें अगे लिख लो या बैक ते लिख लो, इहनूं मैं बैक ते लिख लिया। इत्थे बच गया ए एक्स की जगह ते की आ गया लैमडा 1x। एक मिनट, हेलो, हाँ जी सर। हाँ जी, वो लाइब्रेरी च है जी, दीपक तो ले लिया सी वापस। हाँ जी, ठीक है जी। वो लाइब्रेरी च पिया, ले लो, बलदेव नूं भेज दो, उन्होंने जाके कह दो कि भी जेड़ा पीसी तुहानूं राजपाल सर दे के गए सीगे, उस पीसी के उत्ते ना चिटा लगियां हुई ने। पीसी ते भी आर सिंह पाया है, मेरा नाम लिखा, सिग्नेचर किए हुए ने। पीसी ते भी सिग्नेचर किया है, कीबोर्ड माउस ते भी चिटा लगियां हुई ने। हाँ जी, ठीक है। सो ए एक्स की जगह ते आ गया लैमडा 1x। हुण इत्थे भी लैमडा तुहाडा स्केलर है, इहनूं अगे पिछे लिखिया जा सकदा। मैं इस लैमडा 2 नूं अगे लिख लिया, तो मेरे को की रिजल्ट तैयार हो गया। देखो तो ध्यान नाल, ए बी इंटू एक्स, राइट साइड से लैमडा 1 इंटू लैमडा 2 एक्स। ਇਹਦਾ मतलब की हो गया लैमडा 1 लैमडा 2 की आइगन वैल्यू होगी, ए बी दी। उस तो बाद देखो नैक्सट एग्जांपल, प्रूव दैट मैट्रिक्स ए एंड इट्स ट्रांसपोज ए ट्रांसपोज हैव सेम आइगन वैल्यूज। दोबारा फिर सिमिलर मैट्रिक्स वर्गा क्वेश्चन आ गया। हुण आपां ने की शो करके दिखाउणा कि ए अते उहदे ट्रांसपोज दी आइगन वैल्यूज सेम ने। ਇਹਦਾ मतलब आपां ने ਇਹ प्रूव करके दिखाना कि ए दी करैक्टरिस्टिक इक्वेशन ਅਤੇ ए ट्रांसपोज दी करैक्टरिस्टिक इक्वेशन सेम ही आउंदी आ। आपां ਇਹ ਕੰਮ ਵੱਲ फॉलो करदे आ। So we have to show that A and A transpose have same eigenvalues. That means we have to show that A and A transpose have same characteristic equation. ਤਾਂ ਪਹਿਲੀ ਗੱਲ ਤਾਂ ਆਪਾਂ ਲੈਫਟ ਹੈਂਡ ਸਾਈਡ ਤੇ A ਦੀ characteristic equation ਲੈ ਕੇ ਜਾਂਦੇ ਆ, A minus lambda I। ਇੱਕ ਰਿਜ਼ਲਟ ਹੁੰਦਾ कि भावें ए का डिटरमीनेंट कर लो या ए दे ट्रांसपोज का डिटरमीनेंट कर लो, सेम ही आएंगे। क्योंकि डिटरमीनेंट कढ़न वेले भावें एक्सपैंड बाय रो 1 कर लो या एक्सपैंड बाय कॉलम 1 कर लो, सेम ही रिजल्ट आऊगा। सो ए की जगह ते ए का ट्रांसपोज ए दे डिटरमीनेंट की जगह ते आपां ए दे ट्रांसपोज का डिटरमीनेंट कर सकते हैं, सेम ही रिजल्ट हुंदा। सो इत्थे अंदर वाली मैट्रिक्स का आपां ने ट्रांसपोज किया। ट्रांसपोज करन तो बाद देखो की प्राप्त हो रहा तुहाडे कोले। पहला तो ए का ट्रांसपोज हो जाऊगा, ए की जगह ते ए ट्रांसपोज आ गया, लैमडा की जगह ते लैमडा का ट्रांसपोज हो गया, आइडेंटिटी की जगह ते आइडेंटिटी का ट्रांसपोज हो गया। आ ए ट्रांसपोज सेम आ, लैमडा का ट्रांसपोज करांगे लैमडा ही रहूगा, क्योंकि लैमडा अपने आप दे विच रियल क्वांटिटी है, ना उस कोई रो आ ना उस कोई कॉलम आ। 3 का ट्रांसपोज करोगे 3 ही आऊगा। सो लैमडा ट्रांसपोज की जगह ते लैमडा आ गया, आइडेंटिटी के ट्रांसपोज की जगह ते आइडेंटिटी आ गया। आइडेंटिटी का ट्रांसपोज करांगे, पहली रो होंदी है 0 1 1 0 0, पहली कॉलम भी 1 0 0 आ। दूजी रो होंदी है 0 1 0, दूजी कॉलम भी 1 0 1 आ। तीजी रो होंदी है 0 0 1, उधरों तीजी कॉलम भी 1 0 0 1 है। सो आइडेंटिटी का ट्रांसपोज करांगे, आइडेंटिटी आऊगा। देखो तो ध्यान नाल हुण लैके चले सीगे, ए दी करैक्टरिस्टिक इक्वेशन आ गया, ए ट्रांसपोज दी करैक्टरिस्टिक इक्वेशन। दैट मीनस ए अते ए ट्रांसपोज हैव सेम करैक्टरिस्टिक इक्वेशन विच प्रूव्स दैट ए एंड ए ट्रांसपोज हैव सेम आइगन वैल्यूज। ये तुहाडी दूजी एग्जांपल सी या दूजी थ्योरम सी। उस तो बाद अपने को थर्ड आ गया, प्रूव दैट आइगन वैल्यू ऑफ ए इज रेसिप्रोकल ऑफ आइगन वैल्यू ऑफ ए इनवर्स। कि जे ए दियां आइगन वैल्यूज तुहानूं पता ने
ਤਾਂ ਤੁਸੀਂ A ਇਨਵਰਸ ਦੀਆਂ ਆਈਗਨ ਵੈਲਿਊਜ਼ ਈਜ਼ੀਲੀ ਪਤਾ ਕਰ ਸਕਦੇ ਹੋ A ਦੀਆਂ ਆਈਗਨ ਵੈਲਿਊਜ਼ ਦਾ ਟਰਾਂਸਪੋਜ਼ ਕਰਕੇ। ਇਨਡਾਇਰੈਕਟਲੀ ਇਸ ਥਿਓਰਮ 'ਚ ਕੀ ਕਿਹਾ ਗਿਆ ਵੀ ਜੇ A ਮੈਟ੍ਰਿਕਸ ਦੀ ਆਈਗਨ ਵੈਲਿਊ ਲੈਮਡਾ ਆ ਤਾਂ A ਇਨਵਰਸ ਦੀ ਆਈਗਨ ਵੈਲਿਊ ਹੋਊਗੀ 1/λ। ਸਮਝ ਲੱਗ ਰਿਹਾ? A ਦੀਆਂ ਆਈਗਨ ਵੈਲਿਊਜ਼ ਦਾ ਜਦੋਂ ਇਨਵਰਸ ਕਰਦੇ ਆ, मतलब कि ਰੈਸੀਪ੍ਰੋਕਲ ਕਰਦੇ ਆ, ਤਾਂ ਉਹ A ਇਨਵਰਸ ਦੀ ਆਈਗਨ ਵੈਲਿਊਜ਼ ਆ ਜਾਂਦੀਆਂ ਨੇ। ਤਾਂ ਇਨਡਾਇਰੈਕਟਲੀ ਆਪਾਂ ਲੈਟ ਕਰਕੇ ਚੱਲਾਂਗੇ ਇੱਥੇ ਬਾਈ ਡੈਫੀਨੇਸ਼ਨ ਆਫ ਆਈਗਨ ਵੈਲਿਊ ਲੈਮਡਾ ਇਜ਼ ਆਈਗਨ ਵੈਲਿਊ ਆਫ A। ਇੱਥੇ ਇੱਕ ਸਮਝ ਲਓ ਟੂ ਪ੍ਰੂਵ ਕੀ ਕਰਨਾ ਤੁਸੀਂ ਪ੍ਰੂਵ ਕਰਨਾ 1/λ ਇਜ਼ ਆਈਗਨ ਵੈਲਿਊ ਆਫ A ਇਨਵਰਸ। दैट मीन्स ਤੁਹਾਨੂੰ ਸ਼ੋ ਕਰਨਾ ਪਊਗਾ कि A इनवर्स इंटू X इक्वल्स टू 1/λ इंटू X। आ चीज शो करनी है अपने A इनवर्स इंटू X किदे बराबर है 1/λ इंटू X दे। अपने आप ही शो हो जाऊगा कि 1/λ किदी आइगन वैल्यू आ A इनवर्स दी। जो चीज तुसी प्रूव करनी है मैं बार बार कह रहा वो पहला माइंड च सैटअप कर लो, अलग तो लिख लो भी आ चीज अपने शो करनी है, तो बहुत थोड़ा मैटर बच जाता तुहाडा प्रूव करन दा। तुहानू गाइडेंस मिल जाती है भी दिता की होया आपां प्रूफ की करना। सिर्फ रस्ते दे विचकारले इंटरनल 2 स्टैप्स रह जाणगे, वो आपां देख के सूटेबल प्रॉपर्टीज यूज कर लांगे। तो हुण इत्थे आपां पहला ही गल तां इह गल कीती है कि लैमडा किहदी आइगन वैल्यू है A दी। दैट मीनस AX इक्वल टू लैमडा X हो गया, ये पहली इक्वेशन है। उस तो बाद आपां गल करदे हां आ जिहड़ा A है इहनूं राइट साइड ते लै जन्ने आ, प्री फैक्टर बन जूगा A इनवर्स। ਇਹਦਾ मतलब ये आ जाऊगा x इक्वल्स टू A इनवर्स लैमडा x। ਹੁਣ ਆ लैमडा स्केलर क्वांटिटी आ, ਇਹਨੂੰ ਅੱਗੇ ਲੈ ਆਓ, लैमडा इंटू A इनवर्स x हो गया। ਹੁਣ ਆ लैमडा स्केलर क्वांटिटी है, दूजे पासे जाके डिनोमीनेटर च आ जाऊगा की आ जाऊगा 1/λ इक्वल इंटू x इक्वल टू A इनवर्स x। तो यस A इनवर्स इंटू x किहदे बराबर आ गया 1/λ इंटू x दे। इत्थों शो होंदा बाय डेफिनेशन ऑफ आइगन वैल्यू दोबारा लिखना पऊगा कि 1/λ इज आइगन वैल्यू ऑफ A इनवर्स। हैंस reciprocal of eigen values of matrix A are eigen values of A inverse। ये बन गया कि जे A दी eigen values का reciprocal करोगे तो वो A inverse दी eigen values आ जाएंगी। उस तो बाद अपने कोले फोर्थ थ्योरम अज दी, इफ लैमडा इज आइगन वैल्यू ऑफ नॉन सिंगुलर मैट्रिक्स A। पहली गल तो मैं सिंगुलर नॉन सिंगुलर बारे दसदा, पहला भी तुहानूं दस्सिया होया। सिंगुलर मैट्रिक्स किहड़ी हुंदी है जिहदा डिटरमिनेंट 0 हुंदा, नॉन सिंगुलर मैट्रिक्स किहड़ी हुंदी है जिहदा डिटरमिनेंट नॉन 0 आ। सो हुण इत्थे आपां नूं की कहा गया लैमडा किहदी आइगन वैल्यू आ किसी नॉन सिंगुलर मैट्रिक्स A दी। तुसीं शो करना A डिटरमिनेंट ओवर लैमडा इज आइगन वैल्यू ऑफ एडजॉइंट ऑफ A। की प्रूव करना? गिवन की है, पहली गल तो गिवन देखो की है AX इक्वल टू लैमडा X। इत्थे A दा डिटरमिनेंट की है नॉन 0 आ। टू प्रूव की करना की दी आइगन वैल्यू एडजॉइंट A दी। एडजॉइंट ऑफ A दी आइगन वैल्यू किहदे बराबर आ डिटरमिनेंट ऑफ A ओवर लैमडा X दे। आ चीज़ आपां ने शो करनी है कि एडजॉइंट ऑफ A दी आइगन वैल्यू की है डिटरमिनेंट ऑफ A ओवर लैमडा। आ चीज़ शो करनी है, आ चीज़ अपने कोले गिवन है। तो देखो किस तरीके नाल आपां प्रूव करते हैं। पहली गल तो इत्थे नॉन सिंगुलर की डेफिनेशन दिंदे आ। इफ A इज नॉन सिंगुलर मैट्रिक्स दैट मीनस डिटरमिनेंट ऑफ A इज नॉन 0। दूजे नंबर पर आपां लिख लिया कि A का डिटरमिनेंट की है नॉन 0 आ। जिहड़ी मैट्रिक्स का डिटरमिनेंट नॉन 0 हुंदा वो इनवर्टिबल मैट्रिक्स हुंदी है, ਉਹਦਾ ਇਨਵਰਸ ਐਗਜ਼ਿਸਟ ਕਰਦਾ ਹੁੰਦਾ। ਪਲੱਸ 2 ਦੇ ਵਿੱਚ ਤੁਸੀਂ ਬਹੁਤ ਸਾਰੀਆਂ ਇਹਦੇ ਨਾਲ ਦੀਆਂ ਐਗਜ਼ਾਮਪਲਸ ਕੀਤੀਆਂ ਹੁੰਦੀਆਂ ਨੇ, ਕਿਉਂਕਿ ਜਦੋਂ ਆਪਾਂ A ਦਾ ਇਨਵਰਸ ਕੱਢਦੇ ਆ ਉਦੋਂ ਕੀ ਫਾਰਮੂਲਾ ਹੁੰਦਾ ਮਾਈਨਰ ਕੋਫੈਕਟਰ ਦੇ ਨਾਲ ਐਡਜॉइंट ਆਫ A ਓਵਰ डिटरमिनेंट ऑफ A। ਜਦੋਂ डिटरमिनेंट नॉन 0 ਹੋਊਗਾ ਤਾਂ ਹੀ ਤਾਂ नॉन 0 नंबर ਨਾਲ डिवाइड कर सकते ਆ। ਜੇ डिटरमिनेंट नॉन 0 ਆ ਤਾਂ A ਦਾ ਇਨਵਰਸ ਐਗਜ਼ਿਸਟ ਕਰਦਾ। ਜੇ डिटरमिनेंट ਤੁਹਾਡਾ 0 ਹੋ ਗਿਆ ਤਾਂ A ਇਨਵਰਸ ਕਿਹਦੇ ਬਰਾਬਰ ਆਊਗਾ ਐਡਜॉइंट ਆਫ A ਓਵਰ 0, समथिंग ओवर 0, इनफिनिटी या नॉट डिफाइंड। उस केस दे विच A दा इनवर्स एग्जिस्ट नहीं करता हुंदा जदों A दा डिटरमिनेंट 0 होवे। इस केस दे विच आपां नूं नॉन सिंगुलर दिता है तो A दा डिटरमिनेंट हो गया नॉन 0। इहदा मतलब A इनवर्स एग्जिस्ट करदा है। उस तो बाद आपां कंसीडर करते हैं जो चीज़ आपां नूं गिवन दित्ती हुई है AX इक्वल टू लैमडा X।
अपने कोले गिवन है या कंसिडर कर लिया लैम्डा इज आइगन वैल्यू ऑफ ए, दैट मीनस बाय डेफिनेशन ऑफ आइगन वैल्यू की आऊगा ए एक्स इक्वल्स टू लैम्डा एक्स। ये इक्वेशन नंबर 1 है। उस तो बाद मैं +2 ਦੇ ਤੁਹਾਡੇ ਮੈਥਡ ਦੀ ਗੱਲ ਕਰਦਾ। +2 ਦੇ ਵਿੱਚ ਕੀ ਹੁੰਦਾ ਸੀਗਾ ਕਿ ਵੀ ਨੋ ਦੈਟ A ਇਨਵਰਸ ਕਿਹਦੇ ਬਰਾਬਰ ਹੁੰਦਾ, ਐਡਜੁਆਇੰਟ ਆਫ A ਓਵਰ A ਦਾ ਡਿਟਰਮੀਨੈਂਟ। A ਡਿਟਰਮੀਨੈਂਟ ਨੂੰ ਆਪਾਂ ਲੈਫਟ ਸਾਈਡ ਤੇ ਮਲਟੀਪਲਾਈ ਕਰ ਲਿਆ ਤਾਂ ਇਹਦਾ ਮਤਲਬ ਕੀ ਆ ਗਿਆ A ਡਿਟਰਮੀਨੈਂਟ ਇਨਟੂ A ਇਨਵਰਸ ਇਕੁਅਲਸ ਟੂ ਐਡਜੁਆਇੰਟ ਆਫ A। ਹੁਣ ਆ ਜਿਹੜਾ A ਇਨਵਰਸ ਹੈ ਇਹਨੂੰ ਆਪਾਂ ਰਾਈਟ ਸਾਈਡ ਤੇ ਪੋਸਟ ਫੈਕਟਰ ਚ ਲਿਜਾ ਸਕਦੇ ਆ। A ਇਨਵਰਸ ਦਾ ਇਨਵਰਸ ਕਰਾਂਗੇ ਤਾਂ A ਦੇ ਬਰਾਬਰ ਹੀ ਆ ਜਾਊਗਾ। ਇਹਦਾ ਮਤਲਬ ਕੀ ਆ ਗਿਆ A ਦਾ ਡਿਟਰਮੀਨੈਂਟ ਇਕੁਅਲ ਟੂ ਐਡਜੁਆਇੰਟ ਆਫ A ਇਨਟੂ A, ठीक है, इनटू ए। तो हुण आपां प्री मल्टीप्लाई कर लांगे बोथ साइड ते एडजॉइंट ऑफ ए दे नाल इक्वेशन नंबर 1 नूं। इक्वेशन नंबर 1 की सी अपने कोले ए एक्स इक्वल टू लैम्डा एक्स, इनू दोनों पासे प्री मल्टीप्लाई कर लिया किहदे नाल, एडजॉइंट ऑफ ए दे नाल, क्योंकि अपने कोले एडजॉइंट ऑफ ए इस इक्वेशन च आया नहीं। आपां नूं प्रूफ दे विच एडजॉइंट ऑफ ए चाहिदा तां आपां एडजॉइंट ऑफ ए दे नाल प्री मल्टीप्लाई कर लांगे क्योंकि अपने सिस्टम दे विच एडजॉइंट ऑफ ए इंट्रोड्यूस कर लांगे। तो आप इत्थे लिख लिया एडजॉइंट ऑफ ए प्री मल्टीप्लाई करता इक्वेशन नंबर 1 नूं, इहदे विच की है ए एक्स, राइट साइड ते सीगा लैम्डा एक्स, उहदे नाल भी प्री मल्टीप्लाई हो गया एडजॉइंट ऑफ ए। हुण इत्थे की काम कीता, इत्थे फिर एसोसीएटिव ला लगाया। इत्थे पहला सैकंड ते थर्ड दी मल्टीप्लाई है, इत्थे फस्ट ते सैकंड दी मल्टीप्लाई कर ली। एडजॉइंट ऑफ ए मल्टीप्लाइड बाय ए, इहदे नाल एक्स बाहर आ गया। इत्थों लैम्डा स्केलर क्वांटिटी इहनूं आपां अगे ले आउंदे आ, पिछे की बच गया एडजॉइंट ऑफ ए इंटू एक्स। दैन उस तो बाद आपां इत्थे रिजल्ट यूज करांगे, आपां पिछे प्रूव करके आए उपर कि एडजॉइंट ऑफ ए नूं जदों ए नाल मल्टीप्लाई कीता जांदा तां की बचदा, ए दा डिटरमिनेंट बचदा। आ हुण लैम्डा नूं ए दे डिटरमिनेंट नाल डिवाइड कर लैंदे आ तां इह की बच गया ए डिटरमिनेंट ओवर लैम्डा इंटू एक्स, राइट साइड ते की है एडजॉइंट ऑफ ए इंटू एक्स। इहनूं आइगन वैल्यू की डेफिनेशन की फॉर्म च लिखिए, इस चीज़ को आप ऐ लिखता कि एडजॉइंट ऑफ ए इंटू एक्स, राइट साइड से किहदे बराबर बच गया ए डिटरमिनेंट ओवर लैम्डा। इसका मतलब यह आइगन वैल्यू है किहदी है, इस चीज़ की। सो हैंस वी प्रूव दैट ए डिटरमिनेंट ओवर लैम्डा इज आइगन वैल्यू ऑफ मैट्रिक्स एडजॉइंट ऑफ ए। छोटा जिहा क्वेश्चन सीगा, छोटी जी थ्योरम सीगी, बस उन्होंने सिस्टमैटिकली ढंग नाल तुहानूं राइट करना आउंदा होना चाहिए मैथमैटिकल वे दे नाल। गल्लां उही ने कि अपने माइंड दे विच जो चल रही ने कि की है किवें हुंदा, पर उन्होंने एक प्रॉपर वे दे नाल लिखना तुहानूं आउंदा होना चाहिए, फिर तुहाडी थ्योरम सही मन्नी जाऊगी। एग्जाम्पल करन वेले आपां एक अद्धा स्टैप उपर नीचे कर सकते हैं, कोई विचों ना भी करिए छड्ड दईए तां भी काम चल जांदा। सीधा ही ए दी जगह ते ए माइनस लैम्डा ही मैट्रिक्स लिख सकते हो। स्टैंडर्ड वे की हो गया, पहला ए लिखो फिर आइडेंटिटी लिखो, आइडेंटिटी नूं लैम्डा नाल मल्टीप्लाई करके लैम्डा आई मैट्रिक्स पता करो, फिर ए दे विचों लैम्डा आई माइनस करो, तां जाके तुहाडे कोल ए माइनस लैम्डा आई आउंदा। तुसीं बिना ये चीज़ां लिखे सीधा भी ए तो ए माइनस लैम्डा ही लिख सकते हो डायगनल एंट्रीज चों लैम्डा माइनस करके। सो मैं तो वैसे दस रहा कि एग्जाम्पल्स करने वेले आपां एक दो स्टैप स्किप कर सकते हैं, वाधू कर सकते हैं, चल जाता काम। पर थ्योरम च नहीं एवें चलता, थ्योरम च हर एक स्टैप अपना कोई मायने रखता, उन्होंने प्रॉपर वे दे नाल लिखना जरूरी है। सो ये सी तुहाडी फोर्थ थ्योरम। उस तो बाद आ गई गलबात मैट्रिक्स पॉलीनोमियल ए एन एक्सप्रैशन ऑफ फॉर्म। हुण जिहड़ी मैट्रिक्स पॉलीनोमियल है, मैट्रिक्स पॉलीनोमियल किदां दी हुंदी है कि जे मैट्रिक्स का ऑर्डर एन है तो वही मैट्रिक्स पॉलीनोमियल किदां दी होगी, ए नॉट a1 x a2 x स्क्वायर a3 x क्यूब अप टू सो ऑन an x am x रेज पावर m। ਇਹਦਾ मतलब आ ਜਿਹੜੇ ए नॉट a1 a2 an ने ये सारे के सारे स्केयर मैट्रिक्स ने जिन्हों का सेम ऑर्डर n है। m कोई पॉजिटिव इंटीजर है, कोई मैट्रिक्स पोलीनोमियल आ गई। कोई मैट्रिक्स पोलीनोमियल की होंदी है जदों करैक्टरिस्टिक इक्वेशन दे विच लैम्डा की थां ते a भरदे आ। पता ना आप पिछे जे कैले मिल्टन थ्योरम वेरीफाई करके आए हैं कि करैक्टरिस्टिक इक्वेशन च जिथे जिथे लैम्डा आ रहा उसकी जगह ते ए भर दो, कॉन्सटेंट के नाल आइडेंटिटी आ जाता। ਇਹਦਾ मतलब जिथे जिथे लैम्डा सी करैक्टरिस्टिक इक्वेशन दे विच उन्हां सारियां थावां ते आपां मैट्रिक्स ए पुट करती। जिथे लैम्डा स्केयर सी ए स्केयर आ गया, जिथे लैम्डा क्यूब सी ए क्यूब आ गया अप टू सो ऑन। तो ये जिहड़ी नवीं चीज़ बनी है, बनी कि तो करैक्टरिस्टिक इक्वेशन तो
ਤਾਂ ਜਦੋਂ ਮੈਟ੍ਰਿਕਸ ਭਰਤੀ ਤਾਂ ਆਪਾਂ ਹੁਣ ਇਹਨੂੰ ਕਰੈਕਟਰਿਸਟਿਕ ਇਕੁਏਸ਼ਨ ਨਹੀਂ ਬੋਲਾਂਗੇ, ਇਹਨੂੰ ਮੈਟ੍ਰਿਕਸ ਪੋਲੀਨੋਮੀਅਲ ਬੋਲਾਂਗੇ, ਕਿਉਂਕਿ ਇਹਦੇ ਵਿੱਚ ਹੁਣ ਮੈਟ੍ਰਿਕਸਿਸ ਆਉਣ ਲੱਗ ਗਈਆਂ। ਸੋ ਇਹ ਇਸ ਤਰ੍ਹਾਂ ਦੀ ਮੈਟ੍ਰਿਕਸ ਪੋਲੀਨੋਮੀਅਲ ਹੁੰਦੀ ਹੈ ਜੀ ਕਹਿੰਦਾ। then above equation 1 is called matrix polynomial of degree m, ਕਿਉਂਕਿ ਉਹਦੇ ਵਿੱਚ ਵੱਧ ਤੋਂ ਵੱਧ ਕਿੰਨੀ ਪਾਵਰ ਦੇ ਸੀਗੇ, m ਪਾਵਰ ਦੇ ਸੀ, ਤਾਂ m ਪਾਵਰ ਦੀ ਮੈਟ੍ਰਿਕਸ ਪੋਲੀਨੋਮੀਅਲ ਆ ਗਈ। ਹੁਣ ਇਹਦੇ ਨਾਲ ਦੀ ਇੱਕ ਆਪਣੇ ਕੋਲੇ ਐਗਜ਼ਾਮਪਲ ਕਹਿ ਲਓ, ਥਿਊਰਮ ਕਹਿ ਲਓ, ਕੀ ਆਇਆ ਹੋਇਆ, show that at least one latent ਜਾਂ ਆਈਗਨ ਰੂਟ of every singular matrix is zero। ਹੁਣ ਸਿੰਗੂਲਰ ਮੈਟ੍ਰਿਕਸ ਦੀ ਡੈਫੀਨੇਸ਼ਨ ਆ ਗਈ ਕਿ ਸਿੰਗੂਲਰ ਮੈਟ੍ਰਿਕਸ ਦੀ ਘੱਟੋ ਘੱਟ ਇੱਕ ਆਈਗਨ ਵੈਲਿਊ ਕੀ ਹੋਊਗੀ, ਜ਼ੀਰੋ ਹੋਊਗੀ। ਸਿੰਗੂਲਰ ਮੈਟ੍ਰਿਕਸ ਦੀ ਆਈਗਨ ਵੈਲਿਊ ਕੀ ਹੁੰਦੀ ਹੈ, ਜ਼ੀਰੋ। ਆਪਾਂ ਨੇ ਇਹ ਥਿਊਰਮ ਪ੍ਰੂਵ ਕਰਨੀ ਆ। ਪਹਿਲੀ ਗੱਲ ਤਾਂ ਆਪਾਂ ਸਿੰਗੂਲਰ ਮੈਟ੍ਰਿਕਸ ਦੀ ਡੈਫੀਨੇਸ਼ਨ ਦਿੰਨੇ ਆ ਕਿ ਇਫ A ਇਜ਼ ਸਿੰਗੂਲਰ ਮੈਟ੍ਰਿਕਸ, A ਇਜ਼ ਕਾਲਡ ਸਿੰਗੂਲਰ ਮੈਟ੍ਰਿਕਸ, ਤਾਂ ਇਹਦਾ ਮਤਲਬ A ਦਾ ਡਿਟਰਮੀਨੈਂਟ ਕੀ ਆ, ਜ਼ੀਰੋ ਆ। ਇਹਦਾ ਮਤਲਬ A ਦਾ ਡਿਟਰਮੀਨੈਂਟ ਹੋ ਗਿਆ ਜ਼ੀਰੋ। ਅੰਦਰ ਆਪਾਂ A ਦੀ ਜਗ੍ਹਾ ਤੇ A-0 ਲਿਖ ਸਕਦੇ ਹਾਂ, ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਅੰਦਰ ਆਪਾਂ A ਦੀ ਜਗ੍ਹਾ ਤੇ A-0 ਲਿਖ ਲਿਆ। ਹੁਣ ਜ਼ੀਰੋ ਦੀ ਜਗ੍ਹਾ ਤੇ ਆਪਾਂ 0 ਇੰਟੂ ਕੋਈ ਵੀ ਮੈਟ੍ਰਿਕਸ ਲਿਖ ਸਕਦੇ ਆ, ਕਿਉਂਕਿ ਕਿਸੇ ਵੀ ਮੈਟ੍ਰਿਕਸ ਨੂੰ 0 ਨਾਲ ਮਲਟੀਪਲਾਈ ਕਰਾਂਗੇ ਜ਼ੀਰੋ ਹੀ ਆਊਗਾ। ਪਰ ਆਪਾਂ ਆਇਡੈਂਟੀਟੀ ਲੈ ਕੇ ਆਉਂਦੇ ਆ, ਕਿਉਂਕਿ ਆਪਾਂ ਨੇ A ਦੀ ਕਰੈਕਟਰਿਸਟਿਕ ਇਕੁਏਸ਼ਨ ਵੱਲ ਨੂੰ ਵਧਣਾ, ਤਾਂ ਆਪਾਂ 0 ਦੀ ਜਗ੍ਹਾ ਤੇ ਕੀ ਲਿਖ ਲਿਆ, 0 ਇੰਟੂ ਆਇਡੈਂਟੀਟੀ। ਹੁਣ अब ਤੁਹਾਡੇ ਕੋਲੇ ਕੀ ਬਚ ਗਿਆ, ਇਹਨੂੰ ਕੰਪੇਅਰ ਕੀਤਾ ਆਪਾਂ ਨੇ ਕਿਹਦੇ ਨਾਲ, A ਮਾਈਨਸ ਲੈਮਡਾ I ਦੇ ਡਿਟਰਮੀਨੈਂਟ ਇਕੁਅਲ ਟੂ 0 ਦੇ ਨਾਲ। ਆ ਹੁੰਦੀ ਆ ਕਰੈਕਟਰਿਸਟਿਕ ਇਕੁਏਸ਼ਨ। ਇਹਦੇ ਵਿੱਚ ਆ ਲੈਮਡਾ ਕੀ ਹੁੰਦਾ, ਆਈਗਨ ਵੈਲਿਊ ਇਹ ਹੁੰਦਾ। ਜਦੋਂ ਇਹਨੂੰ ਕੰਪੇਅਰ ਕੀਤਾ ਇਹਦਾ ਮਤਲਬ ਆ 0 ਕੀ ਆ ਗਿਆ, ਆਈਗਨ ਵੈਲਿਊ ਆ ਗਈ ਕਿਹਦੀ, A ਦੀ। ਤਾਂ ਇਹੀ ਚੀਜ਼ ਆਪਾਂ ਨੇ ਸ਼ੋਅ ਕਰਨੀ ਸੀਗੀ ਕਿ ਸਿੰਗੂਲਰ ਮੈਟ੍ਰਿਕਸ ਦੀ ਆਈਗਨ ਵੈਲਿਊ ਕੀ ਹੁੰਦੀ ਆ, 0 ਹੁੰਦੀ ਆ। ਉਸ ਤੋਂ ਬਾਅਦ ਨੈਕਸਟ ਥਿਊਰਮ ਆਪਣੇ ਕੋਲੇ ਆ ਕਿ ਜੇ ਲੈਮਡਾ 1 ਲੈਮਡਾ 2 ਤੋਂ ਲੈ ਕੇ ਲੈਮਡਾ n ਸਾਰੀਆਂ ਆਈਗਨ ਵੈਲਿਊਜ਼ ਨੇ ਕਿਸੇ ਮੈਟ੍ਰਿਕਸ A ਦੀਆਂ, then k into lambda 1 k into lambda 2 up to son k into lambda n ਕਿਹਦੀਆਂ ਆਈਗਨ ਵੈਲਿਊਜ਼ ਹੋਣਗੀਆਂ, k into A ਦੀਆਂ। ਇਹਦੇ ਵਿੱਚ ਸਿੰਪਲ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਕਿ ਜੇ A ਦੀ ਆਈਗਨ ਵੈਲਿਊ ਲੈਮਡਾ, ਤਾਂ ਜਿੱਦਾਂ ਦਾ ਬਿਹੇਵ ਤੁਸੀਂ A ਨਾਲ ਕਰੋਗੇ ਉਦਾਂ ਦਾ ਹੀ ਬਿਹੇਵ ਆਈਗਨ ਵੈਲਿਊ ਕਰੇਗੀ। ਜੇ A ਨੂੰ ਆਪਾਂ ਨੇ k ਨਾਲ ਮਲਟੀਪਲਾਈ ਕਰਤਾ ਤਾਂ ਉਧਰੋਂ ਲੈਮਡਾ ਨੂੰ ਵੀ k ਨਾਲ ਆਟੋਮੈਟਿਕਲੀ ਮਲਟੀਪਲਾਈ ਹੋ ਜਾਊਗਾ। ਜਿੱਦਾਂ ਦਾ ਆਪਰੇਸ਼ਨ ਤੁਸੀਂ A ਤੇ ਲਗਾਓਗੇ ਉਦਾਂ ਦਾ ਹੀ ਆਪਰੇਸ਼ਨ ਕਿਹਦੇ ਤੇ ਵਰਕ ਕਰੂਗਾ, ਉਹਦੀ ਆਈਗਨ ਵੈਲਿਊ ਤੇ। ਇਹ ਕਿਹਾ ਗਿਆ ਇਸ ਐਗਜ਼ਾਮਪਲ ਦੇ ਵਿੱਚ। ਤਾਂ ਚੱਲਦੇ ਆ ਅੱਗੇ, ਦੇਖਦੇ ਆ। ਪਹਿਲੀ ਗੱਲ ਤਾਂ ਆਪਾਂ ਨੇ ਕੰਸੀਡਰ ਕਰ ਲਿਆ ਮੈਟ੍ਰਿਕਸ A ਆਫ ਆਰਡਰ n ਕ੍ਰੋਸ n ਦੀ। ਪਹਿਲੀ ਰੋ A11 12 1n, ਦੂਜੀ ਰੋ A21 22 2n, ਲਾਸਟ ਵਾਲੀ ਰੋ AN1 n2 ANN। ਇਹ ਆਪਾਂ ਨੇ ਕੋਈ ਮੈਟ੍ਰਿਕਸ ਕੰਸੀਡਰ ਕਰ ਲਈ। ਹੁਣ ਕੰਸੀਡਰ ਕਰਾਂਗੇ ਇਹਦੀਆਂ ਆਈਗਨ ਵੈਲਿਊਜ਼। A ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਕਿੰਨੀਆਂ ਨੇ, ਲੈਮਡਾ 1 ਲੈਮਡਾ 2 ਤੋਂ ਲੈ ਕੇ ਲੈਮਡਾ n ਤੱਕ। ਕਰੈਕਟਰਿਸਟਿਕ ਇਕੁਏਸ਼ਨ ਕੀ ਹੁੰਦੀ ਹੈ, A ਮਾਈਨਸ ਲੈਮਡਾ I ਇਕੁਅਲ ਟੂ 0। ਇਦਾਂ ਪਤਾ ਕੀਤੀਆਂ ਜਾਂਦੀਆਂ ਨੇ। ਹੁਣ ਆਪਾਂ A ਮੈਟ੍ਰਿਕਸ ਦੀ ਬਜਾਏ K ਇੰਟੂ A ਕਰਦੇ ਆ, ਤਾਂ ਇਹਦਾ ਮਤਲਬ ਪੂਰੀ ਮੈਟ੍ਰਿਕਸ ਨੂੰ K ਨਾਲ ਮਲਟੀਪਲਾਈ ਹੋ ਜਾਊਗਾ। ਪੂਰੀ ਮੈਟ੍ਰਿਕਸ ਨੂੰ K ਨਾਲ ਮਲਟੀਪਲਾਈ ਕਰਨ ਦਾ ਮਤਲਬ ਕੀ ਆ, ਕੱਲੇ ਕੱਲੇ ਐਲੀਮੈਂਟ ਨੂੰ K ਨਾਲ ਮਲਟੀਪਲਾਈ ਹੋ ਜਾਊਗਾ। ਤਾਂ K ਇੰਟੂ A ਜਿਹੜੀ ਮੈਟ੍ਰਿਕਸ ਬਚੀ ਆ ਉਹ ਕਿਸ ਤਰ੍ਹਾਂ ਦੀ ਆ ਗਈ, ਸਾਰੀਆਂ ਐਂਟਰੀਜ਼ ਨੂੰ K ਨਾਲ ਮਲਟੀਪਲਾਈ ਹੋ ਗਿਆ। ਹੁਣ ਆਪਾਂ ਇਹ ਮੈਟ੍ਰਿਕਸ ਕਿਹੜੀ ਬਣ ਗਈ, K ਇੰਟੂ A। ਹੁਣ ਆਪਾਂ ਸੋਲਵ ਕਰਦੇ ਹਾਂ KA ਮਾਈਨਸ ਲੈਮਡਾ I, ਇਸ ਮੈਟ੍ਰਿਕਸ ਦਾ ਕਰੈਕਟਰਿਸਟਿਕ ਇਕੁਏਸ਼ਨ ਪਤਾ ਕਰਦੇ ਆ। ਤਾਂ ਜਦੋਂ ਆਪਾਂ ਨੇ KA ਮਾਈਨਸ ਲੈਮਡਾ I ਕੀਤਾ ਤਾਂ ਸਿਰਫ ਡਾਇਗੋਨਲ ਐਂਟਰੀਜ਼ ਦੇ ਵਿੱਚੋਂ ਲੈਮਡਾ ਮਾਈਨਸ ਹੋਇਆ, ਕਿਉਂਕਿ ਲੈਮਡਾ I ਦੇ ਵਿੱਚ ਕਿੱਦਾਂ ਦੀ ਲੈਮਡਾ I ਮੈਟ੍ਰਿਕਸ ਆ ਜਿਹਦੀਆਂ ਡਾਇਗੋਨਲ ਐਂਟਰੀਜ਼ K ਨੇਗੀਆਂ। ਤਾਂ ਜਦੋਂ ਆਪਾਂ ਨੇ KA ਮੈਟ੍ਰਿਕਸ ਦੇ ਵਿੱਚੋਂ ਲੈਮਡਾ I ਮੈਟ੍ਰਿਕਸ ਮਾਈਨਸ ਕੀਤੀ ਹੈ ਤਾਂ KA ਦੀ ਬਜਾਏ KA ਦੇ ਡਾਇਗੋਨਲ ਐਂਟਰੀਜ਼ ਦੇ ਵਿੱਚੋਂ ਲੈਮਡਾ ਮਾਈਨਸ ਹੋ ਗਿਆ। ਉਸ ਤੋਂ ਬਾਅਦ ਨਾਓ ਫਰੋਮ ਸਟਰਕਚਰ 1, ਜਿਹੜਾ ਆਪਾਂ ਨੇ ਉੱਪਰ ਸਟਰਕਚਰ 1 ਡਿਸਕਸ ਕੀਤਾ, ਇਹਦਾ ਮਤਲਬ ਕੀ ਆ ਗਿਆ, ਹੁਣ ਇਹਦੀਆਂ ਆਈਗਨ ਵੈਲਿਊਜ਼ ਕਿੱਦਾਂ ਦੀਆਂ ਆਉਣਗੀਆਂ, K ਇੰਟੂ A ਦੀਆਂ ਆਈਗਨ ਵੈਲਿਊਜ਼ ਕਿੱਦਾਂ ਦੀਆਂ ਆਉਣਗੀਆਂ, K ਲੈਮਡਾ 1 K ਲੈਮਡਾ 2 ਤੋਂ ਲੈ ਕੇ K ਲੈਮਡਾ n ਬਿਕਮਸ ਆਈਗਨ ਵੈਲਿਊਜ਼ ਆਫ KA। ਬਸ। ਹੈਲੋ, ਹਾਂਜੀ,
ਮੇਰਾ ਨਾ ਇੱਕ ਲੈਕਚਰ ਚੱਲ ਰਿਹਾ, ਉਹ ਕੱਲਾ ਕੰਪਿਊਟਰ ਹੀ ਹੈ ਜੀ, ਕੀਬੋਰਡ ਤੇ ਮਾਊਸ ਹੀ ਲੈਣਾ ਆਪਾਂ ਨੇ ਉਹਦੇ ਨਾਲ। ਇੱਕ ਸਪਲਾਈ ਦੀ ਤਾਰ ਦੇਣਗੇ ਆਪਾਂ ਨੂੰ, ਸਪਲਾਈ ਦੇਣਗੇ। ਫਿਰ ਤੁਸੀਂ ਮੇਰਾ ਲੈਕਚਰ ਚੱਲਦਾ, ਮੈਂ ਲੈਕਚਰ ਤੋਂ ਬਾਅਦ ਜਾ ਕੇ ਕਢਵਾ ਦੇਣਾ ਕੰਪਿਊਟਰ। ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਨੈਕਸਟ ਥਿਊਰਮ ਦੇਖੋ। ਇਹ ਥਿਊਰਮ ਕਮ ਐਗਜ਼ਾਮਪਲ ਚੱਲਦੀਆਂ ਨੇ। ਹਾਂ ਵੀ ਧਿਆਨ ਦਿਓ, ਇਹ ਥਿਊਰਮਸ ਕਮ ਐਗਜ਼ਾਮਪਲਸ ਨੇ। ਥਿਊਰਮਸ ਵੀ ਇਹ ਬਣ ਕੇ ਆ ਸਕਦੀਆਂ ਨੇ, ਥਿਊਰੀ ਦੀਆਂ ਐਗਜ਼ਾਮਪਲਸ ਵੀ ਇਹੀ ਨੇਗੀਆਂ। ਠੀਕ ਹੈ। ਉਸ ਤੋਂ ਬਾਅਦ ਸ਼ੋ ਦੈਟ ਇਫ λ1 λ2 ਤੋਂ ਲੈ ਕੇ λn ਆਈਗਨ ਵੈਲਿਊਜ਼ ਨੇ ਕਿਸੇ ਸਕੁਅਰ ਮੈਟ੍ਰਿਕਸ A ਦੀਆਂ, ਤਾਂ λ1 ਦਾ ਸਕੁਅਰ, λ2 ਦਾ ਸਕੁਅਰ ਅਪ ਟੂ λn ਦਾ ਸਕੁਅਰ ਆਈਗਨ ਵੈਲਿਊਜ਼ ਹੋਣਗੀਆਂ A ਸਕੁਅਰ ਦੀਆਂ। ਇਹ ਸਾਰੀਆਂ ਚੀਜ਼ਾਂ ਤੁਸੀਂ ਖੁਦ ਟਰਾਈ ਕਰ ਸਕਦੇ ਹੋ। ਮੈਂ ਸਿੰਪਲ ਸ਼ਬਦਾਂ 'ਚ ਤੁਹਾਨੂੰ ਪਹਿਲਾਂ ਦੱਸ ਗਿਆ ਕਿ ਜੇ A ਦੀ ਆਈਗਨ ਵੈਲਿਊ ਲੈਮਡਾ ਆ, ਤਾਂ ਜਿੱਦਾਂ ਦਾ ਟਰੀਟ ਤੁਸੀਂ A ਨਾਲ ਕਰੋਗੇ, ਜਿੱਦਾਂ ਦਾ ਵਿਵਹਾਰ ਤੁਸੀਂ A ਨਾਲ ਕਰੋਗੇ, ਜਿੱਦਾਂ ਦਾ ਆਪਰੇਸ਼ਨ ਤੁਸੀਂ A ਤੇ ਲਗਾਓਗੇ, ਉਹੀ ਆਪਰੇਸ਼ਨ ਵਰਕ ਕਰੂਗਾ ਉਹਦੀ ਆਈਗਨ ਵੈਲਿਊ ਤੇ। ਆ ਵੀ ਤਾਂ ਉਹੀ ਆ, ਜੇ A ਦੀ ਆਈਗਨ ਵੈਲਿਊ ਲੈਮਡਾ ਆ ਤਾਂ A ਸਕੁਅਰ ਦੀ ਆਈਗਨ ਵੈਲਿਊ ਕੀ ਹੋਊਗੀ? λ1 ਦਾ ਸਕੁਅਰ। ਏਦਾਂ ਪ੍ਰੂਵ ਕਰਦੇ ਆਪਾਂ, ਇਹਨੂੰ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕੰਸੀਡਰ ਕੀਤਾ λ1 ਕਿਹਦੀ ਆਈਗਨ ਵੈਲਿਊ ਹੈ? ਮੈਟ੍ਰਿਕਸ A ਦੀ। ਤਾਂ ਬਾਈ ਡੈਫੀਨੇਸ਼ਨ ਆਫ ਆਈਗਨ ਵੈਲਿਊ ਕੀ ਆ ਜਾਊਗਾ? Ax ਕਿਹਦੇ ਬਰਾਬਰ ਆ ਜਾਊਗਾ? λ1x ਦੇ। ਇਹ ਇਕੁਏਸ਼ਨ ਨੰਬਰ 1 ਹੈ। ਹੁਣ ਆਪਾਂ ਇਹਨੂੰ ਪ੍ਰੀ ਮਲਟੀਪਲਾਈ ਕਰ ਲੈਂਦੇ ਆ A ਦੇ ਨਾਲ। ਪ੍ਰੀ ਮਲਟੀਪਲਾਈ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਆਪਾਂ ਨੇ A ਸਕੁਅਰ ਦੀ ਆਈਗਨ ਵੈਲਿਊ ਪਤਾ ਕਰਨੀ ਹੈ। ਠੀਕ ਹੈ, A ਸਕੁਅਰ ਦੀ ਆਈਗਨ ਵੈਲਿਊ ਪਤਾ ਕਰਨੀ ਆ। ਤਾਂ ਇਹਨੂੰ ਜਦੋਂ ਪ੍ਰੀ ਮਲਟੀਪਲਾਈ ਕੀਤਾ A ਦੇ ਨਾਲ, ਤਾਂ ਆਹ ਕੀ ਬਣ ਜਾਊਗਾ? A ਇੰਟੂ A ਸਕੁਅਰ ਆ ਜਾਊਗਾ, A ਸਕੁਅਰ x ਆ ਜਾਊਗਾ। ਰਾਈਟ ਸਾਈਡ ਤੇ ਜਦੋਂ ਪ੍ਰੀ ਮਲਟੀਪਲਾਈ ਕੀਤਾ A ਦੇ ਨਾਲ, ਤਾਂ ਆ ਜਿਹੜਾ ਲੈਮਡਾ ਸਕੇਲਰ ਇਹਨੂੰ ਆਪਾਂ ਅੱਗੇ ਲਿਖ ਸਕਦੇ ਹਾਂ। ਤਾਂ ਪਿੱਛੇ ਕੀ ਬਚ ਗਿਆ? Ax। ਇਕੁਏਸ਼ਨ ਨੰਬਰ 1 ਦੇ ਵਿੱਚੋਂ Ax ਦੀ ਜਗ੍ਹਾ ਤੇ ਕੀ ਆ ਜਾਊਗਾ? ਇਕੁਏਸ਼ਨ ਨੰਬਰ 1 ਚ ਆਪਾਂ ਨੇ Ax ਦੀ ਜਗ੍ਹਾ ਤੇ ਬੋਲਿਆ ਸੀ λ1x, ਤਾਂ ਇੱਥੇ ਕੀ ਆ ਗਿਆ? λ1 ਦਾ ਸਕੁਅਰ। ਤਾਂ ਇਹ ਚੀਜ਼ ਤੋਂ ਤੁਸੀਂ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ ਕਿ A ਸਕੁਅਰ x ਇਕੁਅਲ ਟੂ λ1 ਸਕੁਅਰ ਇੰਟੂ x, ਕਿ λ1 ਦਾ ਸਕੁਅਰ ਕਿਹਦੀ ਆਈਗਨ ਵੈਲਿਊ ਆ? A ਸਕੁਅਰ ਦਾ। ਸੋ ਇੱਥੇ ਆਪਾਂ ਨੇ ਹੁਣ ਕੀ ਪ੍ਰੂਵ ਕੀਤਾ ਕਿ ਜੇ A ਦੀ ਆਈਗਨ ਵੈਲਿਊ λ1 ਹੋਵੇ, ਤਾਂ A ਸਕੁਅਰ ਦੀ ਆਈਗਨ ਵੈਲਿਊ ਕੀ ਹੋਊਗੀ? λ1 ਦਾ ਸਕੁਅਰ। ਸਿਮਿਲਰਲੀ λ2 ਸਕੁਅਰ ਕਿਹਦੀ ਆਈਗਨ ਵੈਲਿਊ ਹੋਊਗਾ? A ਸਕੁਅਰ ਦੀ। λ3 ਸਕੁਅਰ ਕਿਹਦੀ ਆਈਗਨ ਵੈਲਿਊ ਹੋਊਗਾ? A ਸਕੁਅਰ ਦੀ। λn ਦੀ ਪਾਵਰ 2 ਕਿਹਦੀ ਆਈਗਨ ਵੈਲਿਊ ਹੋਊਗਾ? A ਸਕੁਅਰ ਦੀ। ਸਿਮਿਲਰਲੀ ਆਪਾਂ ਨੇ ਕਹਿਤਾ λ2 ਸਕੁਅਰ, λ3 ਸਕੁਅਰ ਅਪ ਟੂ λn ਸਕੁਅਰ ਕਿਹਦੀ ਆਈਗਨ ਵੈਲਿਊਜ਼ ਨੇ? A ਦੀਆਂ। ਉਸ ਤੋਂ ਨੈਕਸਟ ਐਗਜ਼ਾਮਪਲ ਆ ਰਹੀ ਹੈ ਆਪਣੇ ਕੋਲੇ। ਸ਼ੋ ਦੈਟ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਫॉर 2x2 ਮੈਟ੍ਰਿਕਸ A B C D have to 0। ਇਹ ਮੈਟ੍ਰਿਕਸ ਤਾਂ 0 ਹੋਊਗੀ if an eigen value is AD minus BC, ਕਿ ਇਸ ਮੈਟ੍ਰਿਕਸ ਦੀ ਆਈਗਨ ਵੈਲਿਊ 0 ਤਾਂ ਆਊਗੀ ਜੇ AD minus BC ਖੁਦ 0 ਦੇ ਬਰਾਬਰ ਹੈ। AD minus BC ਦਾ ਮਤਲਬ AD minus BC ਇਹਦਾ ਡਿਟਰਮੀਨੈਂਟ ਜੇ 0 ਦੇ ਬਰਾਬਰ ਆ। ਇਨਡਾਇਰੈਕਟਲੀ ਇਹ ਚੀਜ਼ ਆਪਾਂ ਨੇ ਉੱਪਰ ਕੀਤੀ ਹੋਈ ਹੈ, ਅੱਜ ਹੀ ਕੀਤੀ ਆ। ਕੋਈ ਮੈਟ੍ਰਿਕਸ ਆ ਗਈ, ਇਹਦੀ ਆਈਗਨ ਵੈਲਿਊ 0 ਤਾਂ ਹੋਊਗੀ ਜੇ ਇਹਦਾ ਡਿਟਰਮੀਨੈਂਟ 0 ਆ। ਡਿਟਰਮੀਨੈਂਟ 0 ਕੀ ਚ ਕੀਤਾ ਸੀ? ਸਿੰਗੂਲਰ ਮੈਟ੍ਰਿਕਸ। ਆਪਾਂ ਇਹ ਤੋਂ ਉੱਪਰ ਇਹੀ ਥਿਊਰਮ ਨੂੰ ਕਿਸੇ ਹੋਰ ਵੇ ਦੇ ਨਾਲ ਪੜ੍ਹ ਕੇ ਆਏ ਆ। ਆਪਾਂ ਉੱਪਰ ਕੀ ਪ੍ਰੂਵ ਕੀਤਾ ਕਿ ਸਿੰਗੂਲਰ ਮੈਟ੍ਰਿਕਸ ਦੀ ਆਈਗਨ ਵੈਲਿਊ 0 ਹੁੰਦੀ ਆ। ਸਿੰਗੂਲਰ ਮੈਟ੍ਰਿਕਸ ਕਿਹੜੀ ਹੋਊਗੀ? ਜਿਹਦਾ ਡਿਟਰਮੀਨੈਂਟ 0 ਆ ਤਾਂ ਇਹਦਾ ਡਿਟਰਮੀਨੈਂਟ ਹੀ ਹੋ ਗਿਆ AD minus BC। ਇਹ ਮੈਟ੍ਰਿਕਸ ਦਾ ਡਿਟਰਮੀਨੈਂਟ ਹੀ ਹੋ ਗਿਆ। ਸੋ ਇਹ ਕੋਈ ਨਵੀਂ ਐਗਜ਼ਾਮਪਲ ਨਹੀਂ ਹੈਗੀ, ਨਵੀਂ ਥਿਊਰਮ ਨਹੀਂ ਹੈਗੀ। ਇਸ ਥਿਊਰਮ ਥੋੜਾ ਜਿਹਾ ਉਹਨੇ ਬਦਲ ਕੇ ਕਹਿਤਾ ਕਿ 2x2 ਦੀ ਮੈਟ੍ਰਿਕਸ ਦੀ ਆਈਗਨ ਵੈਲਿਊ 0 ਹੋਊਗੀ। 0 ਇਜ਼ ਐਨ ਆਈਗਨ ਵੈਲਿਊ ਜੇ ਉਹਦਾ ਡਿਟਰਮੀਨੈਂਟ ਕੀ ਆ? 0 ਆ। ਥੋੜਾ ਜਿਹਾ ਇਹਨੂੰ ਇਸ ਵੇ ਨਾਲ ਕਰ ਲੈਂਦੇ ਹੁਣ ਆਪਾਂ। ਨੈਸੈਸਰੀ ਪਾਰਟ ਦੇ ਵਿੱਚ ਆਪਾਂ ਨੇ ਕੀ ਮੰਨ ਲਿਆ? ਫਸਟਲੀ ਅਸਿਊਮ ਕਰ ਲਿਆ λ ਇਕੁਅਲ ਟੂ 0 ਇਜ਼ ਆਈਗਨ ਵੈਲਿਊ ਆਫ ਮੈਟ੍ਰਿਕਸ A, ਕਿ ਆਈਗਨ ਵੈਲਿਊ ਕੀ ਆ? 0 ਆ। ਪ੍ਰੂਵ ਕੀ ਕਰਨਾ? ਪ੍ਰੂਵ ਕਰਨਾ ਇਸ ਮੈਟ੍ਰਿਕਸ ਦੇ ਵਿੱਚੋਂ AD minus BC 0 ਦੇ ਬਰਾਬਰ ਹੁੰਦਾ। ਇਹਦਾ ਮਤਲਬ ਇਹਦਾ ਡਿਟਰਮੀਨੈਂਟ 0 ਦੇ ਬਰਾਬਰ ਲੈ ਕੇ ਆਉਣਾ ਆਪਾਂ ਨੇ। ਲੈਮਡਾ ਨੂੰ 0 ਮੰਨ ਲਿਆ, ਇਹਦਾ ਡਿਟਰਮੀਨੈਂਟ 0 ਦੇ ਬਰਾਬਰ ਪ੍ਰੂਵ ਕਰਨਾ।
सिंस कहना लैम्डा इक्वल टू 0 इज आइगन वैल्यू ऑफ मैट्रिक्स ए, देन बाय डेफिनेशन ऑफ आइगन वैल्यू ए एक्स किहदे बराबर होगा 0x ਦੇ, ਕਿਉਂਕਿ ਲੈਮਡਾ ਦੀ ਜਗ੍ਹਾ ਤੇ 0 ਭਰ ਲਿਆ। ਜਾਂ ਆਪਾਂ ਲਿਖ ਸਕਦੇ ਆ a ਮਾਈਨਸ 0i ਦਾ ਡਿਟਰਮੀਨੈਂਟ ਕਿਹਦੇ ਬਰਾਬਰ ਆ 0 ਦੇ। ਹੁਣ 0i ਦੀ ਜਗ੍ਹਾ ਤੇ ਕੀ ਹੋਊਗਾ 0 ਹੀ ਹੋਊਗਾ। a ਦੇ ਵਿੱਚੋਂ 0 ਮਾਈਨਸ ਕਰ ਦਾਂਗੇ, a ਦੇ ਵਿੱਚੋਂ 0 ਮਾਈਨਸ ਕਰਨ ਦਾ ਮਤਲਬ ਕੀ ਹੋ ਗਿਆ a, ਤਾਂ a ਦਾ ਡਿਟਰਮੀਨੈਂਟ ਕੀ ਆ ਗਿਆ 0 ਦੇ ਬਰਾਬਰ। ਉਧਰੋਂ a ਦਾ ਡਿਟਰਮੀਨੈਂਟ ਕਰਾਂਗੇ ਕੀ ਆਊਗਾ ad ਮਾਈਨਸ bc 0 ਦੇ ਬਰਾਬਰ ਹੀ ਆ ਜਾਊਗਾ। ਸੋ ਨੈਸੈਸਰੀ ਪਾਰਟ ਦੇ ਵਿੱਚ ਪਹਿਲੇ ਪਾਰਟ 'ਚ ਆਪਾਂ ਨੇ ਪ੍ਰੂਵ ਕਰਤਾ ਵੀ ਜੇ ਲੈਮਡਾ ਆਈਗਨ ਵੈਲਿਊ 0 ਆ ਤਾਂ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਆ 0 ਦੇ ਬਰਾਬਰ ਆ। ਹੁਣ ਕਨਵਰਸ ਪਾਰਟ ਇਹਦਾ ਬੈਕ ਚੱਲ ਪਊਗਾ, ਆਪਾਂ ਆ ਚੀਜ਼ ਮੰਨ ਕੇ ਚੱਲ ਪਾਂਗੇ ad ਮਾਈਨਸ bc 0 ਦੇ ਬਰਾਬਰ ਆ। ਇਹ ਪ੍ਰੂਵ ਕਰਕੇ ਦਿਖਾਵਾਂਗੇ ਵੀ ਇਹਦੀ ਆਈਗਨ ਵੈਲਿਊ ਆ ਜਿਹੜੀ ਉਹ 0 ਆਉਂਦੀ ਆ। ਇਹ ਕਨਵਰਸ ਪਾਰਟ ਹੋ ਗਿਆ। ਕਨਵਰਸ ਪਾਰਟ ਕਹਿ ਲਓ ਜਾਂ ਸਫੀਸ਼ੀਐਂਟ ਪਾਰਟ ਕਹਿ ਲਓ। ਇੱਥੇ ਆਪਾਂ ਇਹ ਮੰਨ ਲਿਆ, ਅਸਿਊਮ ਕਰ ਲਿਆ ਕਿ ad ਮਾਈਨਸ bc ਤਾਂ ਹੈਗਾ ਜੀ 0 ਦੇ ਬਰਾਬਰ। ਟੂ ਪ੍ਰੂਵ ਕਰਨਾ ਲੈਮਡਾ ਇਕੁਅਲ ਟੂ 0 ਕਿਹਦੀ ਆਈਗਨ ਵੈਲਿਊ ਆ a ਦੀ। ਸਿੰਸ ਆਪਣੇ ਕੋਲੇ ਆ ਚੀਜ਼ ਹੈਗੀ ਆ ad ਮਾਈਨਸ bc ਇਕੁਅਲ ਟੂ 0, ਤਾਂ ਇਹ ਤੋਂ ਆਪਾਂ ਕੀ ਲਿਖ ਸਕਦੇ ਆ ad ਮਾਈਨਸ bc ਆ ਪਹਿਲਾ ਐਲੀਮੈਂਟ ਆ, ਚੌਥਾ ਐਲੀਮੈਂਟ ਆ, ਦੂਜਾ ਐਲੀਮੈਂਟ ਆ, ਤੀਜਾ ਐਲੀਮੈਂਟ ਆ। ਜੇ ad ਮਾਈਨਸ bc 0 ਆ ਤਾਂ ਇਹਦਾ ਮਤਲਬ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਹੋ ਗਿਆ 0 ਦੇ ਬਰਾਬਰ। ਜੇ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ 0 ਦੇ ਬਰਾਬਰ ਆ ਤਾਂ ਇਹਦਾ ਮਤਲਬ a ਦਾ ਡਿਟਰਮੀਨੈਂਟ 0 ਦੇ ਬਰਾਬਰ ਆ। ਜੇ a ਦਾ ਡਿਟਰਮੀਨੈਂਟ 0 ਦੇ ਬਰਾਬਰ ਆ ਤਾਂ a ਦੀ ਜਗ੍ਹਾ ਤੇ ਆਪਾਂ a ਮਾਈਨਸ 0 ਜਾਂ a ਦੀ ਜਗ੍ਹਾ ਤੇ 0 ਆਇਡੈਂਟੀਟੀ ਲਿਖ ਸਕਦੇ ਆ। ਹੁਣ ਜੇ a ਮਾਈਨਸ 0i ਦਾ ਡਿਟਰਮੀਨੈਂਟ 0 ਆ ਤਾਂ ਇਹਨੂੰ ਕੰਪੇਅਰ ਕਰ ਲਿਆ ਕਿਹਦੇ ਨਾਲ a ਮਾਈਨਸ ਲੈਮਡਾ i ਦੇ ਡਿਟਰਮੀਨੈਂਟ ਨਾਲ, ਤਾਂ 0 ਕਿਹਦੀ ਆਈਗਨ ਵੈਲਿਊ ਆ ਗਿਆ ਮੈਟ੍ਰਿਕਸ a ਦੀ। ਬਸ ਹੋ ਗਿਆ ਕੰਮ। ਉਸ ਤੋਂ ਬਾਅਦ ਆਪਣੇ ਕੋਲ ਇੱਕ ਐਗਜ਼ਾਮਪਲ ਆ ਰਹੀ ਹੈ ਥਿਓਰਮ ਵਾਂਗ, ਪ੍ਰੂਵ ਦੈਟ ਮੈਟ੍ਰਿਕਸ ਦਿਸ ਆ ਕੋਈ cos ਥੀਟਾ ਮਾਈਨਸ sin ਥੀਟਾ cos ਥੀਟਾ, ਥੀਟਾ ਇੱਥੇ ਰੀਅਲ ਵੈਲਿਊ ਆ, ਹੈਜ਼ ਆਈਗਨ ਵੈਲਿਊ ਇਫ ਐਂਡ ਓਨਲੀ ਇਫ ਥੀਟਾ ਇਜ਼ ਮਲਟੀਪਲ ਆਫ ਪਾਈ, ਕਿ ਇਸ ਮੈਟ੍ਰਿਕਸ ਦੀ ਆਈਗਨ ਵੈਲਿਊ ਤਾਂ ਨਿਕਲੂਗੀ ਜੇ ਥੀਟਾ ਕਿਹਦਾ ਮਲਟੀਪਲ ਆ ਪਾਈ ਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸ ਦਈਏ, ਇੱਥੇ ਥੋੜਾ ਜਿਹਾ ਮੈਂ ਆਪਣੇ ਵੱਲੋਂ ਦੱਸਣਾ ਚਾਹੁੰਦਾ ਆ ਕਿ cos ਥੀਟਾ ਦਾ ਜੇ ਹੋਲ ਸਕੁਅਰ ਕਰੀਏ ਤਾਂ ਉਹ ਕੀ ਹੁੰਦਾ cos ਸਕੁਅਰ ਥੀਟਾ ਲਿਖਿਆ ਜਾਂਦਾ, ਕਦੇ ਵੀ ਐ ਨਹੀਂ ਲਿਖਿਆ ਜਾਂਦਾ cos ਥੀਟਾ ਦਾ ਸਕੁਅਰ। ਕਈ ਬੱਚੇ ਕਰ ਜਾਂਦੇ ਆ ਵੀ ਜੀ cos ਥੀਟਾ ਦਾ ਸਕੁਅਰ ਕਰੀਏ ਤਾਂ cos ਥੀਟਾ ਸਕੁਅਰ ਲਿਖਤਾ, ਇਹ ਰੋਂਗ ਵੇ ਆ ਲਿਖਣ ਦਾ, ਇਹ ਸਹੀ ਵੇ ਨਹੀਂ ਹੈਗਾ। ਜਾਂ ਤਾਂ ਐਵੇਂ ਲਿਖੋ cos ਥੀਟਾ ਦਾ ਹੋਲ ਸਕੁਅਰ ਜਾਂ ਐਵੇਂ ਲਿਖੋ cos ਸਕੁਅਰ ਥੀਟਾ, ਇਹ ਸਹੀ ਵੇ ਆ। ਮਤਲਬ ਕਿ ਡੋਮੇਨ ਨੂੰ ਲਿਖ ਲਓ ਬ੍ਰੈਕਟ 'ਚ, cos ਦੀ ਪਾਵਰ ਕਰ ਦਿਓ, ਇਹ ਸਹੀ ਵੇ ਆ ਲਿਖਣ ਦਾ। ਹੁਣ ਆਪਣੇ ਕੋਲੇ ਜੋ ਚੀਜ਼ ਗਿਵਨ ਦਿੱਤੀ ਹੋਈ ਸੀ ਆਪਾਂ ਉਹ ਚੀਜ਼ ਲੈ ਕੇ ਚੱਲਦੇ ਆ, ਕੰਸੀਡਰ ਕਰਦੇ ਆ ਗਿਵਨ ਮੈਟ੍ਰਿਕਸ ਕਿਹੜੀ ਆ a cos ਥੀਟਾ ਮਾਈਨਸ sin ਥੀਟਾ cos ਥੀਟਾ। ਹੁਣ ਆਪਾਂ a ਮਾਈਨਸ ਲੈਮਡਾ i ਕਰਦੇ ਆ ਤਾਂ ਇਹਦੀਆਂ ਡਾਇਗਨਲ ਐਂਟਰੀਜ਼ ਦੇ ਵਿੱਚੋਂ ਲੈਮਡਾ ਮਾਈਨਸ ਹੋ ਗਿਆ, ਤਾਂ ਤੁਸੀਂ a ਮਾਈਨਸ ਲੈਮਡਾ i ਮੈਟ੍ਰਿਕਸ ਪਤਾ ਕਰ ਲਈ। ਹੁਣ ਆਪਾਂ ਇਸ a ਮਾਈਨਸ ਲੈਮਡਾ i ਮੈਟ੍ਰਿਕਸ ਦਾ ਕਰਦੇ ਆ ਡਿਟਰਮੀਨੈਂਟ, ਉੱਪਰ ਇਹ ਮੈਟ੍ਰਿਕਸ ਫਾਰਮ 'ਚ ਸੀਗੀ, ਹੁਣ ਇਹਦਾ ਆਪਾਂ ਡਿਟਰਮੀਨੈਂਟ ਕਰਦੇ ਆ। ਡਿਟਰਮੀਨੈਂਟ ਕਰਾਂਗੇ ਇਹਨਾਂ ਦੋਨਾਂ ਐਂਟਰੀਜ਼ ਦੀ ਮਲਟੀਪਲਾਈ ਹੋ ਕੇ ਕੀ ਆ ਜਾਊਗਾ cos ਥੀਟਾ ਮਾਈਨਸ ਲੈਮਡਾ ਦਾ ਹੋਲ ਸਕੁਅਰ, ਆ ਮਾਈਨਸ ਮਾਈਨਸ ਪਲੱਸ ਬਣ ਕੇ ਕੀ ਆ ਗਿਆ sin ਸਕੁਅਰ। ਹੁਣ ਆਪਾਂ ਇਹਦਾ ਸਕੁਅਰ ਓਪਨ ਕਰ ਲੈਂਦੇ ਆ, cos ਥੀਟਾ ਮਾਈਨਸ ਲੈਮਡਾ ਦਾ ਹੋਲ ਸਕੁਅਰ ਸੀ ਤਾਂ a ਦਾ ਸਕੁਅਰ ਪਲੱਸ b ਦਾ ਸਕੁਅਰ ਮਾਈਨਸ 2ab ਆ ਗਿਆ ਇਨਟੂ sin ਸਕੁਅਰ ਆ ਗਿਆ। ਆ sin ਸਕੁਅਰ ਤੇ cos ਸਕੁਅਰ ਕੀ ਆ ਜਾਊਗਾ 1। a ਮਾਈਨਸ ਲੈਮਡਾ i ਦਾ ਡਿਟਰਮੀਨੈਂਟ ਕਿਹਦੇ ਬਰਾਬਰ ਬਚ ਗਿਆ ਲੈਮਡਾ ਸਕੁਅਰ ਮਾਈਨਸ 2 ਲੈਮਡਾ cos ਥੀਟਾ। ਆ ਲੈਮਡਾ ਨੂੰ ਨਾ ਬੈਕ ਤੇ ਨਹੀਂ ਲਿਖਣਾ ਚਾਹੀਦਾ, ਇਹ ਵੀ ਮੇਰਾ ਗਲਤ ਲਿਖਿਆ ਹੋਇਆ, ਲੈਮਡਾ ਨੂੰ ਐਵੇਂ ਹੀ ਅੱਗੇ ਲਿਖਣਾ ਚਾਹੀਦਾ ਕਿਉਂਕਿ ਉਹ ਐਦਾਂ ਲੱਗੂਗਾ ਵੀ cos ਦੇ ਐਂਗਲ 'ਚ ਦੋਨੇ ਚੀਜ਼ਾਂ ਦੀ ਮਲਟੀਪਲਾਈ ਆ, ਐਦਾਂ ਪੜਿਆ ਜਾ ਸਕਦਾ। ਸੋ ਇਹਨੂੰ ਅੱਗੇ ਲਿਖਣ ਦੀ ਆਦਤ ਪਾਇਓ, ਮੈਂ ਕਈ ਵਾਰੀ ਲਿਖ ਦਿੰਦਾ ਜਲਦਬਾਜ਼ੀ ਦੇ ਵਿੱਚ, ਠੀਕ ਹੈ। ਸੋ ਲੈਮਡਾ ਸਕੁਅਰ ਮਾਈਨਸ 2 ਲੈਮਡਾ cos ਥੀਟਾ ਪਲੱਸ ਆ ਵਾਲਾ ਕੀ ਹੋ ਗਿਆ cos ਸਕੁਅਰ sin ਸਕੁਅਰ ਆ ਗਿਆ 1 ਵਿਚ ਇਜ਼ ਕੁਆਡਰੈਟਿਕ ਇਕੁਏਸ਼ਨ ਇਨ ਲੈਮਡਾ। ਇਹਦੇ ਵਿੱਚ ਲੈਮਡਾ ਸਕੁਅਰ ਵੀ ਹੈ, ਲੈਮਡਾ ਵੀ ਹੈ, ਕਾਂਸਟੈਂਟ ਕੁਆਂਟੀਟੀ ਵੀ ਹੈ, ਇਹਦਾ ਮਤਲਬ ਇਹ ਕੁਆਡਰੈਟਿਕ ਇਕੁਏਸ਼ਨ ਆ ਗਈ ਲੈਮਡਾ ਦੇ ਵਿੱਚ। ਹੁਣ ਲੈਮਡਾ ਦੇ ਵਿੱਚ ਜੇ ਕੁਆਡਰੈਟਿਕ ਇਕੁਏਸ਼ਨ ਆ ਤਾਂ ਕੁਆਡਰੈਟਿਕ ਇਕੁਏਸ਼ਨ ਦੇ ਰੂਟ ਕਿਵੇਂ ਪਤਾ ਕਰਦੇ ਹੁੰਦੇ ਆ ਮਾਈਨਸ b ਪਲੱਸ ਮਾਈਨਸ ਅੰਡਰ ਰੂਟ 'ਚ ਡਿਸਕ੍ਰਿਮੀਨੈਂਟ b ਸਕੁਅਰ ਮਾਈਨਸ 4ac ਓਵਰ 2a। We know that quadratic equation have real roots if and only if discriminant is 0 ਜਾਂ positive। ਹੁਣ ਕੁਆਡਰੈਟਿਕ ਇਕੁਏਸ਼ਨ ਦੇ ਰੂਟ ਰੀਅਲ ਤਾਂ ਆਉਣਗੇ ਜੇ ਆ ਚੀਜ਼ ਪੋਜ਼ਿਟਿਵ ਹੋਊਗੀ, ਕਿਉਂਕਿ ਪੋਜ਼ਿਟਿਵ ਚੀਜ਼ ਦਾ ਅੰਡਰ ਰੂਟ ਕਰਾਂਗੇ ਕੁਝ ਪੋਜ਼ਿਟਿਵ ਬਚੂਗਾ, ਜਾਂ ਡਿਸਕ੍ਰਿਮੀਨੈਂਟ 0 ਹੋਵੇ ਜਾਂ ਪੋਜ਼ਿਟਿਵ ਹੋਵੇ। ਜੇ ਡਿਸਕ੍ਰਿਮੀਨੈਂਟ 0 ਹੋ ਗਿਆ ਫਿਰ ਇਕੁਅਲ ਰੂਟ ਆਉਂਦੇ ਹੁੰਦੇ ਆ, ਬਰਾਬਰ ਰੂਟ ਆਉਂਦੇ ਹੁੰਦੇ ਆ। ਜੇ
ਇਹ ਵਾਲਾ ਪੋਜ਼ਿਟਿਵ ਹੋ ਗਿਆ, ਫਿਰ ਰੀਅਲ ਰੂਟ ਆਉਂਦੇ ਹੁੰਦੇ ਆ। ਜੇ ਡਿਸਕ੍ਰਿਮੀਨੈਂਟ ਆ ਵਾਲਾ b² - 4ac ਨੈਗੇਟਿਵ ਹੋ ਗਿਆ ਤਾਂ ਮਾਈਨਸ ਦਾ ਅੰਡਰ ਰੂਟ ਕਰਾਂਗੇ, ਆਇਓਟਾ ਆਊਗਾ। ਆਪਣੇ ਕੋਲੇ ਰੀਅਲ ਰੂਟ ਦੀ ਗੱਲ ਚੱਲ ਰਹੀ ਹੈ, ਤਾਂ ਰੀਅਲ ਰੂਟਸ ਤਾਂ ਹੋਣਗੇ ਜੇ ਦਾ ਡਿਟਰਮਿਨੈਂਟ 0 ਹੈ ਜਾਂ ਪੋਜ਼ਿਟਿਵ ਆ। ਤਾਂ ਇਕੁਏਸ਼ਨ 1 ਕੈਨ ਬੀ ਰੀਅਲ ਵੈਲਿਊਜ਼ ਇਫ ਡਿਸਕ੍ਰਿਮੀਨੈਂਟ ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਤਾਂ ਇਹਦੇ ਵਿੱਚੋਂ ਮੈਂ a b c ਲੱਭ ਕੇ ਲਿਖ ਦਿੰਦਾ ਤੁਹਾਨੂੰ। a ਦੀ ਵੈਲਿਊ ਹੈਗੀ ਆ 1, b ਦੀ ਵੈਲਿਊ ਹੈਗੀ ਆ -2 cos ਥੀਟਾ, c ਦੀ ਵੈਲਿਊ ਹੈਗੀ ਆ 1, ਕਿਉਂਕਿ ਆ cos ਸਕੁਅਰ ਪਲਸ sin ਸਕੁਅਰ ਕੀ ਆ ਗਿਆ ਸੀ 1। ਤਾਂ ਹੁਣ ਇਸ ਮੈਟ੍ਰਿਕਸ ਦਾ ਰੀਅਲ ਰੂਟ ਤਾਂ ਹੋਣਗੇ ਜੇ ਇਹਦਾ ਡਿਸਕ੍ਰਿਮੀਨੈਂਟ ਕੀ ਹੋਊਗਾ ਆਪਣੇ ਕੋਲੇ ਗ੍ਰੇਟਰ ਦੈਨ ਇਕੁਅਲ ਟੂ 0, b² - 4ac ਗ੍ਰੇਟਰ ਦੈਨ ਇਕੁਅਲ ਟੂ 0 ਆ। b ਦੀ ਜਗ੍ਹਾ ਤੇ ਆ ਗਿਆ -2 cos ਥੀਟਾ ਦਾ ਸਕੁਅਰ, -4 ਹੈ, a ਦੀ ਜਗ੍ਹਾ ਤੇ ਆ ਜਾਊਗਾ 1 ਅਤੇ c ਦੀ ਜਗ੍ਹਾ ਤੇ ਵੀ ਕੀ ਆ ਜਾਊਗਾ 1। ਤਾਂ ਇਹ ਕੀ ਬਚ ਗਿਆ 4 cos ਸਕੁਅਰ ਥੀਟਾ -4 ਕੱਲਾ ਹੀ 4 cos ਸਕੁਅਰ ਥੀਟਾ -4। ਇਹਦਾ ਮਤਲਬ 4 ਕਾਮਨ ਲੈ ਲੈਂਦੇ ਆ, ਕੀ ਬਚ ਗਿਆ cos ਸਕੁਅਰ ਥੀਟਾ -1। 4 ਤਾਂ ਨॉन ਜ਼ੀਰੋ ਆ, 4 ਨਾਲ ਡਿਵਾਈਡ ਕਰਕੇ ਕੀ ਆ ਗਿਆ cos ਸਕੁਅਰ ਥੀਟਾ -1 ਗ੍ਰੇਟਰ ਦੈਨ ਇਕੁਅਲ ਟੂ 0 ਜਾਂ cos ਸਕੁਅਰ ਥੀਟਾ ਗ੍ਰੇਟਰ ਦੈਨ ਇਕੁਅਲ ਟੂ 1 ਅੰਡਰ ਰੂਟ ਬੋਥ ਸਾਈਡ ਤੇ ਕਰ ਦਿੰਦੇ ਆ। ਅੰਡਰ ਰੂਟ ਕਰਨ ਦੇ ਨਾਲ ਕੀ ਆ ਜਾਊਗਾ ਤੁਹਾਡੇ ਕੋਲੇ cos ਥੀਟਾ ਗ੍ਰੇਟਰ ਦੈਨ ਇਕੁਅਲ ਟੂ 1 ਜਾਂ cos ਸਕੁਅਰ ਥੀਟਾ ਗ੍ਰੇਟਰ ਦੈਨ ਇਕੁਅਲ ਟੂ 1 ਤੋਂ ਵੀ ਪਤਾ ਚੱਲਦਾ ਕਿ ਥੀਟਾ ਕਿਹਦਾ ਮਲਟੀਪਲ ਆ, ਪਾਈ ਦਾ। ਠੀਕ ਹੈ, cos ਥੀਟਾ ਗ੍ਰੇਟਰ ਦੈਨ ਇਕੁਅਲ ਟੂ 1 ਤੋਂ ਕੀ ਪਤਾ ਲੱਗਦਾ ਕਿ ਥੀਟਾ ਕਿਹਦਾ ਮਲਟੀਪਲ ਆ, ਪਾਈ ਦਾ। ਕਿਉਂਕਿ cos ਜੇ ਈਵਨ ਪਾਈ ਹੋਊਗਾ ਤਾਂ 1 ਦਊਗਾ, ਜੇ cos ਔਡ ਪਾਈ ਦਊਗਾ ਤਾਂ -1 ਦਊਗਾ। ਮਾਈਨਸ ਤਾਂ ਆ ਨਹੀਂ ਰਿਹਾ, ਗ੍ਰੇਟਰ ਦੈਨ ਇਕੁਅਲ ਟੂ 1 ਆ ਰਿਹਾ, ਤਾਂ 1 ਕਦੋਂ ਆਊਗਾ ਜਦੋਂ ਈਵਨ ਮਲਟੀਪਲ ਹੋਵੇ ਪਾਈ ਦਾ। ਠੀਕ ਹੈ, ਤਾਂ ਇੱਥੋਂ ਕੀ ਪਤਾ ਲੱਗਦਾ ਆਪਾਂ ਨੂੰ ਕਿ ਥੀਟਾ ਕਿਹਦਾ ਮਲਟੀਪਲ ਆ, ਪਾਈ ਦਾ। ਆਪਣਾ ਟਾਈਮ ਓਵਰ ਹੋ ਰਿਹਾ ਨਾ। ਲਓ ਜੀ, ਆਪਣਾ ਬਹੁਤ ਇੰਪੋਰਟੈਂਟ ਕੰਮ ਬਾਕੀ ਬਚ ਗਿਆ, ਕੱਲ ਦੇ ਲੈਕਚਰ 'ਚ ਕਰਾਂਗੇ। ਕੈਲੇ ਹੈਮਿਲਟਨ ਥਿਊਰਮ ਬਹੁਤ ਇੰਪੋਰਟੈਂਟ ਆ। ਇਹ ਥਿਊਰਮ ਜਾਂ ਇਹਦੇ ਨਾਲ ਦੀਆਂ ਐਗਜ਼ਾਮਪਲਸ ਪ੍ਰੂਵ ਕਰਨੀਆਂ 100% ਤੁਹਾਨੂੰ ਪੇਪਰ 'ਚ ਆਉਣਗੀਆਂ, 100%। ਇੱਕ ਲੈਕਚਰ ਥਿਊਰਮਸ ਤੇ ਆਪਣਾ ਰਹਿ ਗਿਆ, ਇਹਨੂੰ ਕਲੋਜ਼ ਕਰ ਦਿਓ, ਆਪਾਂ ਕੱਲ ਲਗਾਵਾਂਗੇ।